ਹੈਲੋ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਗਗਨਦੀਪ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ। ਦੋਸਤੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਬਹੁਤ ਸਾਰੀਆਂ ਵੀਡੀਓ ਪ੍ਰੋਵਾਈਡ ਕਰ ਚੁੱਕਾ ਹਾਂ ਤੇ ਅੱਜ ਆਪਾਂ ਕਰਾਂਗੇ ਪੋਲੀਟੀਕਲ ਸੈਕਸ਼ਨ, ਜੋ ਕਿ ਈਡੀਟੀ ਦੇ ਵਿੱਚ ਚੈਪਟਰ ਹੈ ਲੋਕਤੰਤਰ ਡੈਮੋਕ੍ਰੇਸੀ। ਮੀਨਸ ਆਪਾਂ ਉਸ ਬਾਰੇ ਅੱਜ ਗੱਲ ਕਰਾਂਗੇ। ਅਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਉਸ ਨੂੰ, ਤਾਂ ਜੋ ਤੁਹਾਨੂੰ ਜੋ ਮੈਂ ਨਿਊ ਵੀਡੀਓਜ਼ ਅਪਲੋਡ ਕਰ ਰਹਾ ਹਾਂ ਉਹ ਤੁਹਾਨੂੰ ਮਿਲ ਸਕੇ ਅਤੇ ਨੋਟੀਫਿਕੇਸ਼ਨ ਤੁਹਾਡੇ ਚੈਨਲ ਤੇ ਆ ਸਕੇ। ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਸਾਰਿਆਂ ਤੱਕ ਪਹੁੰਚ ਸਕੇ। ਸੋ ਆਪਾਂ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਆਪਾਂ ਟੌਪਿਕ ਤੇ ਚੱਲਦੇ ਹਾਂ, ਜੋ ਕਿ ਹੈ ਲੋਕਤੰਤਰ। ਲੋਕਤੰਤਰ ਮੀਨਸ ਡੈਮੋਕ੍ਰੇਸੀ। ਤਾਂ ਲੋਕਤੰਤਰ ਕਿਸ ਨੂੰ ਕਹਿੰਦੇ ਹਨ? ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ, ਲੋਕਤੰਤਰ ਮੀਨਸ ਜਿੱਥੇ ਲੋਕਾਂ ਦਾ ਰਾਜ ਹੋਵੇ, ਲੋਕਾਂ ਦੀ ਸਰਕਾਰ ਹੋਵੇ, ਉਸ ਨੂੰ ਲੋਕਤੰਤਰ ਕਿਹਾ ਗਿਆ ਹੈ। ਅਤੇ ਲੋਕਤੰਤਰ ਨੂੰ ਵੀ ਕਈ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ, ਤਾਂ ਉਹ ਆਪਾਂ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਲੋਕਤੰਤਰ ਡੈਮੋਕ੍ਰੇਸੀ ਮੀਨਸ ਇਸ ਦੀ ਉਤਪਤੀ ਬਹੁਤ ਵਾਰ ਕੁਐਸਚਨ ਆਇਆ ਹੈ ਕਿ ਡੈਮੋਕ੍ਰੇਸੀ ਜਿਸ ਨੂੰ ਆਪਾਂ ਲੋਕਤੰਤਰ ਕਹਿੰਦੇ ਹਾਂ, ਉਸ ਦੇ ਵਰਡ ਡੈਮੋਸ ਨੂੰ ਕਿਸ ਭਾਸ਼ਾ ਵਿੱਚੋਂ ਲਿਆ ਗਿਆ ਹੈ? ਤਾਂ ਇਹ ਇਸ ਤਰ੍ਹਾਂ ਕੁਐਸਚਨ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਕੁਐਸਚਨ ਬਣਨਗੇ, ਉਹ ਮੈਂ ਲਿਖਦਾ ਹਾਂ ਇੱਥੇ। ਤਾਂ ਦੇਖੋ, ਡੈਮੋਕ੍ਰੈਟੋਸ ਹੈ ਜੋ ਇਹ ਕੀ ਹੈ? ਲਾਤੀਨੀ ਭਾਸ਼ਾ, ਇਹ ਹੈ ਜੋ ਭਾਸ਼ਾ ਹੈ ਯੂਨਾਨੀ ਭਾਸ਼ਾ ਤੋਂ ਇਹ ਸ਼ਬਦ ਲਿਆ ਗਿਆ ਹੈ। ਤਾਂ ਡੈਮੋਸ ਪਲੱਸ ਕ੍ਰੈਟੋਸ ਹੈ ਜੋ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ। ਅਤੇ ਹੋਰ ਕੁਐਸਚਨ ਇਹ ਬਣਦੇ ਹਨ ਕਿ ਜੋ ਕਿ ਡੈਮੋਸ ਪਲੱਸ ਕ੍ਰੈਟੋਸ ਯੂਨਾਨੀ ਭਾਸ਼ਾ ਤੋਂ ਲਏ ਗਏ ਹਨ, ਤਾਂ ਡੈਮੋਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਲੋਕ ਤੇ ਇਸ ਦਾ ਮਤਲਬ ਹੈ ਸ਼ਾਸਨ। ਮੀਨਸ ਮੈਂ ਤੁਹਾਨੂੰ ਸਾਰੇ ਨਿੱਕੇ ਕੁਐਸਚਨ ਜੋ ਬਣਦੇ ਹਨ ਸਾਰੇ ਕਰਵਾ ਦੇਵਾਂਗਾ, ਤਾਂ ਜੋ ਪੇਪਰ ਦੇ ਵਿੱਚ ਤੁਹਾਨੂੰ ਮੁਸ਼ਕਲ ਨਾ ਆਵੇ। ਇਹ ਹੈ ਸ਼ਾਸਨ। ਤਾਂ ਲੋਕਾਂ ਦਾ ਸ਼ਾਸਨ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਡੈਮੋਕ੍ਰੇਸੀ ਮੀਨਸ ਲੋਕਤੰਤਰ ਕਿਹਾ ਜਾਂਦਾ ਹੈ। ਤਾਂ ਦੋਸਤੋ ਦੇਖੋ, ਡੈਮੋਸ ਪਲੱਸ ਕ੍ਰੈਟੋਸ ਦਾ ਮਤਲਬ ਹੈ ਲੋਕਾਂ ਦਾ ਸ਼ਾਸਨ ਅਤੇ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ। ਦੂਸਰਾ ਹੈ ਬਹੁਮਤ। ਮੀਨਸ ਆ ਜਿੰਨੇ ਵੀ ਦਿੱਤੇ ਹੋਏ ਹਨ ਸਾਰੇ ਕੀ ਹਨ? ਤੁਹਾਡੇ MCQ ਇੱਥੋਂ ਹੀ ਬਣਨਗੇ, ਆਪਾਂ ਉਹੀ ਚੀਜ਼ਾਂ ਲਿਖੀਆਂ ਹਨ। ਅਤੇ ਐਕਸਪਲੇਨੇਸ਼ਨ ਹੈ ਜੋ ਤੁਸੀਂ ਮੇਰੀ ਵੀਡੀਓ ਨੂੰ ਰਿਪੀਟ ਕਰਕੇ ਸੁਣ ਸਕਦੇ ਹੋ। ਤਾਂ ਕੀ ਕਿਹਾ ਗਿਆ ਹੈ? ਤਾਂ ਦੂਜਾ ਹੈ ਬਹੁਮਤ। ਬਹੁਮਤ ਮੀਨਸ ਸਾਨੂੰ ਪਤਾ ਹੈ ਕਿ ਲੋਕਤੰਤਰ ਵਿੱਚ ਲੋਕਾਂ ਦੀ ਬਹੁਮਤ ਜਿਸ ਵੀ ਉਮੀਦਵਾਰ ਨੂੰ ਪ੍ਰਤੀਨਿਧ ਨੂੰ ਜਾਵੇਗੀ, ਤਾਂ ਉਹੀ ਕੀ ਹੋਵੇਗਾ? ਉਹ ਪ੍ਰਤੀਨਿਧ ਹੋਵੇਗਾ ਜਿਸ ਵੀ ਗਵਰਨਮੈਂਟ ਵੱਲੋਂ ਖੜਾ ਹੋਵੇਗਾ। ਮੀਨਸ ਲੋਕਾਂ ਦੀ ਰਾਏ ਹੋਵੇਗੀ, ਤਾਂ ਉੱਥੇ ਅਸੀਂ ਕਹਿ ਦਿੰਦੇ ਹਾਂ ਬਹੁਮਤ ਕਹਿ ਦਿੰਦੇ ਹਾਂ। ਇੱਥੇ ਇਹਨਾਂ ਨੇ ਕੀ ਲਿਖਿਆ ਹੈ? ਲੋਕ ਰਾਏ। ਮੀਨਸ ਲੋਕਾਂ ਦੀ ਰਾਏ ਨੂੰ ਕੀ ਕਿਹਾ ਜਾਂਦਾ ਹੈ ਡੈਮੋਕ੍ਰੇਸੀ ਦੇ ਵਿੱਚ? ਲੋਕਾਂ ਦੀ ਰਾਏ। ਮੀਨਸ ਬਹੁਮਤ ਹੈ ਲੋਕ ਰਾਏ, ਇਸ ਨੂੰ ਕਿਹਾ ਜਾਂਦਾ ਤੇ ਸਰਵਉੱਚ ਸ਼ਕਤੀ ਕਿਹਾ ਜਾਂਦਾ ਹੈ। ਮੈਂ ਤੁਹਾਨੂੰ ਕਿਹਾ ਸੀ ਕਿ ਬਹੁਮਤ ਨੂੰ ਲੋਕਤੰਤਰ ਵਿੱਚ ਕੀ ਕਿਹਾ ਜਾਂਦਾ ਹੈ? ਸਰਵਉੱਚ ਸ਼ਕਤੀ ਕਿਹਾ ਜਾਂਦਾ ਹੈ। ਕਿਹਨਾਂ ਦੀ ਹੈ? ਇਹ ਲੋਕ ਰਾਏ ਦੀ ਸਰਵਉੱਚ ਸ਼ਕਤੀ ਹੈ। ਤਾਂ ਬਹੁਮਤ ਹੈ। ਉਸ ਤੋਂ ਅੱਗੇ ਹੈ ਪ੍ਰਤੀਨਿਧ। ਲੋਕਤੰਤਰ ਮੀਨਸ ਡੈਮੋਕ੍ਰੇਸੀ ਦੇ ਵਿੱਚ ਕੀ ਹੈ? ਪ੍ਰਤੀਨਿਧ ਵੀ ਆਉਂਦਾ ਹੈ। ਤਾਂ ਪ੍ਰਤੀਨਿਧ ਦਾ ਮਤਲਬ ਹੈ ਦੋਸਤੋ, ਇਸ ਦਾ ਮਤਲਬ ਹੈ ਮੀਨਸ ਕਾਰਜਾਂ ਲੋਕਾਂ ਸਾਹਮਣੇ ਜ਼ਿੰਮੇਵਾਰ। ਇਸ ਦਾ ਮਤਲਬ ਇਹ ਹੈ ਕਿ ਪ੍ਰਤੀਨਿਧ ਉਹ ਹੁੰਦੇ ਹਨ ਜੋ ਕਿ ਵੱਖੋ ਵੱਖਰੇ ਕਾਰਜ ਹਨ ਉਹਨਾਂ ਦੇ ਬਾਰੇ ਗੱਲ ਕਰਦੇ ਹਨ, ਅਤੇ ਉਹ ਕੀ ਹਨ? ਲੋਕਾਂ ਦੇ ਸਾਹਮਣੇ ਜ਼ਿੰਮੇਵਾਰ ਹੁੰਦੇ ਹਨ। ਮੀਨਸ ਲੋਕਾਂ ਦੇ ਸਾਹਮਣੇ ਉਹਨਾਂ ਨੇ ਗੱਲ ਕੀਤੀ ਹੁੰਦੀ ਹੈ ਕਿ ਤੁਸੀਂ ਮੈਂ ਉਮੀਦਵਾਰ ਖੜਾ ਹਾਂ, ਮੈਨੂੰ ਜਿਤਾਓ ਅਤੇ ਮੈਂ ਤੁਹਾਡੇ ਇਹ ਕਾਰਜ ਕਰਾਂਗਾ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਤਾਂ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਮੰਗਿਆ ਹੈ। ਪਤਾ ਨਹੀਂ ਕਿਉਂ ਅਸੀਂ ਐਗਜ਼ਾਮ ਦੇ ਵਿੱਚ ਜਾ ਕੇ ਨਰਵਸ ਹੋ ਜਾਂਦੇ ਹਾਂ, ਪੈਨਿਕ ਹੋ ਜਾਂਦੇ ਹਾਂ ਅਤੇ ਗਲਤ ਕਰ ਆਉਂਦੇ ਹਾਂ। ਤਾਂ ਹੋ ਸਕਦਾ ਹੈ ਕਿ ਉੱਥੇ MCQ ਦੇ ਵਿੱਚ ਆਪਸ਼ਨਾਂ ਇਹੋ ਜਿਹੀਆਂ ਪਈਆਂ, ਤਾਂ ਅਸੀਂ ਕਨਫਿਊਜ਼ਨ। ਬਟ ਤੁਸੀਂ ਯਾਦ ਰੱਖਣਾ ਹੈ ਪ੍ਰਤੀਨਿਧ ਕਾਰਜਾਂ ਲੋਕਾਂ ਸਾਹਮਣੇ ਜ਼ਿੰਮੇਵਾਰ। ਇਸੇ ਤਰ੍ਹਾਂ ਨੋਟਸ ਬਣਾ ਲਓ। ਤਾਂ ਲੋਕਤੰਤਰ ਦੇ ਵਿੱਚੋਂ ਹੋਰ ਕੁਝ ਨਹੀਂ ਆਵੇਗਾ। ਉਸ ਤੋਂ ਅੱਗੇ ਹੈ ਲੋਕਤੰਤਰ।
ਲੋਕਤੰਤਰ ਕੀ ਹੈ, ਇਸ ਦੇ ਬਾਰੇ ਗੱਲ ਹੋ ਰਹੀ ਹੈ। ਲੋਕਤੰਤਰ ਤਾਂ ਕੀ ਹੈ, ਜਨਤਾ ਦਾ ਜੋ ਹੁੰਦਾ ਹੈ, ਇਕੱਠ ਹੁੰਦਾ ਹੈ, ਜਨਤਾ ਦੀ ਰਾਏ ਹੁੰਦੀ ਹੈ, ਉਸ ਨੂੰ ਲੋਕਤੰਤਰ ਕਹਿੰਦੇ ਹਨ। ਤਾਂ ਇਸ ਵਿੱਚ ਲੋਕਤੰਤਰ ਵਿੱਚ ਕੀ ਆਉਂਦਾ ਹੈ, ਜਨਤਾ ਆਉਂਦੀ ਹੈ ਤੇ ਜਨਤਾ ਕਿਸ ਨੂੰ ਚੁਣਦੀ ਹੈ, ਪ੍ਰਤੀਨਿਧ ਨੂੰ ਚੁਣਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਪ੍ਰਤੀਨਿਧ ਨੂੰ ਚੁਣਨ ਦੇ ਲਈ ਵੀ ਦੋ ਤਰ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਇੱਕ ਪ੍ਰਤੱਖ, ਇੱਕ ਅਪਰਤੱਖ। ਤਾਂ ਪ੍ਰਤੱਖ ਅਤੇ ਅਪਰਤੱਖ ਹੈ, ਡਾਇਰੈਕਟ ਤੇ ਇਨਡਾਇਰੈਕਟ ਵੇ ਦੇ ਨਾਲ ਪ੍ਰਤੀਨਿਧ ਨੂੰ ਚੁਣਦੀ ਹੈ ਜਨਤਾ, ਕਿੱਥੇ, ਲੋਕਤੰਤਰ ਦੇ ਵਿੱਚ। ਤਾਂ ਇਹ ਅੱਗੇ ਆਉਣਗੀਆਂ ਟਾਈਪਸ ਦੀਆਂ, ਮਤਲਬ ਦੱਸਾਂਗਾ। ਵਿਸ਼ੇਸ਼ ਵਰਗ ਮੀਨਸ ਲੋਕਤੰਤਰ ਹੈ, ਲੋਕਾਂ ਦਾ ਕੀ ਹੈ, ਲੋਕ ਰਾਏ ਹੈ, ਮੀਨਸ ਲੋਕ ਕੀ ਹੈ, ਇਕੱਠੇ ਹੁੰਦੇ ਹਨ, ਉਹਨਾਂ ਦੀ ਰਾਏ ਸਾਰਿਆਂ ਦੀ ਇਕੱਠੀ ਹੁੰਦੀ ਹੈ। ਤਾਂ ਉੱਥੇ ਕਦੇ ਵੀ ਵਿਸ਼ੇਸ਼ ਵਰਗ ਨੂੰ ਹਿੱਤਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ। ਕਿਤੇ ਆਪਾਂ ਕਹਿ ਦਈਏ ਕਿ ਓਨਲੀ ਜਨਰਲ ਕਾਸਟ ਬਾਰੇ ਹੀ ਗੱਲ ਕੀਤੀ ਜਾਵੇ ਤਾਂ ਗਲਤ ਹੋਵੇਗਾ। ਤਾਂ ਉੱਥੇ ਕੀ ਹੈ, ਇਹ ਕੀ ਹੈ, ਜੋ ਵਿਸ਼ੇਸ਼ ਵਰਗ ਹਿੱਤਾਂ ਤੇ ਨਿਰਭਰ ਨਹੀਂ ਹੈ, ਇਹ ਅਸੀਂ ਯਾਦ ਰੱਖਣਾ ਹੈ। ਜੇਕਰ ਕੁਐਸਚਨ ਆ ਗਿਆ ਕਿ ਵਿਸ਼ੇਸ਼ ਵਰਗ ਹੈ ਜੋ ਹਿੱਤਾਂ ਤੇ ਨਿਰਭਰ ਹੈ, ਕੀ ਇਹ ਕਥਨ ਸੱਚ ਹੈ, ਤਾਂ ਉਹ ਥੱਲੇ ਲੰਮੀਆਂ ਲੰਮੀਆਂ ਲਾਈਨਾਂ ਬਣਾ ਕੇ ਲਿਖ ਦੇਵੇਗਾ। ਤਾਂ ਮੈਂ ਤੁਹਾਨੂੰ ਦੱਸਤਾ ਇਹ ਕਥਨ ਸੱਚ ਨਹੀਂ ਹੈ। ਤਾਂ ਇਹ ਕੀ ਹੈ, ਵਿਸ਼ੇਸ਼ ਵਰਗ ਤੇ ਨਿਰਭਰ ਨਹੀਂ ਹੁੰਦਾ ਲੋਕਤੰਤਰ। ਲੋਕਤੰਤਰ ਦੇ ਵਿੱਚ ਕੀ ਹੈ, ਲੋਕਾਂ ਦੀ ਰਾਏ ਹੁੰਦੀ ਹੈ। ਉਸ ਤੋਂ ਅੱਗੇ ਹੈ ਸਰਕਾਰ, ਮੀਨਸ ਗਵਰਨਮੈਂਟ ਹੈ, ਜੋ ਉਹ ਕੀ ਹੈ, ਸਰਕਾਰ ਨੂੰ ਕੌਣ ਬਣਾਉਂਦਾ ਹੈ, ਲੋਕ ਹੀ ਬਣਾਉਂਦੇ ਹਨ। ਲੋਕ ਕੀ ਕਰਦੇ ਹਨ, ਵੋਟਾਂ ਪਾਉਂਦੇ ਹਨ ਡਾਇਰੈਕਟ ਜਾਂ ਇਨਡਾਇਰੈਕਟ ਵੇ ਦੇ ਨਾਲ, ਤਾਂ ਸਰਕਾਰ ਬਣਦੀ ਹੈ। ਤਾਂ ਉਹਨਾਂ ਨੇ ਕਿਹਾ ਸਰਕਾਰਾਂ ਲੋੜ ਪੈਣ ਤੇ ਬਦਲ, ਮੀਨਸ ਲੋੜ ਪੈਣ ਤੇ ਬਦਲੀ ਜਾ ਸਕਦੀ ਹੈ। ਸਰਕਾਰ ਨੂੰ ਕੌਣ ਬਦਲ ਸਕਦਾ ਹੈ, ਲੋਕ ਹੀ ਤਾਂ ਬਦਲ ਸਕਦੇ ਹਨ। ਜੇਕਰ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਆਪਾਂ ਦੇਖਦੇ ਹਾਂ ਕਿ ਜਦ ਕਿਸੇ ਜੋ ਆਪਣਾ ਚੀਫ ਮਿਨਿਸਟਰ ਹੁੰਦਾ ਹੈ ਕਿਸੇ ਸਟੇਟ ਦਾ, ਜੇਕਰ ਲੋੜ ਪਵੇ ਤਾਂ ਸਰਕਾਰ ਉਹਨਾਂ ਦੀ ਡਿੱਗ ਸਕਦੀ ਹੈ ਅਤੇ ਉੱਥੇ ਉਹਨਾਂ ਦੀ ਸਟੇਬਲ ਵੀ ਰਹਿ ਸਕਦੀ ਹੈ। ਤੇ ਕਈ ਵਾਰ ਹੁੰਦਾ ਹੈ ਕਿ ਉਸਨੂੰ ਬਹੁਮਤ ਪ੍ਰਾਪਤ ਕਰਨਾ ਪੈਂਦਾ ਹੈ, ਤਾਂ ਉਸ ਦੇ ਵਿੱਚ ਵੀ ਸਰਕਾਰ ਡਿੱਗ ਜਾਂਦੀ ਹੈ। ਤਾਂ ਬਹੁਤ ਵਾਰ ਹੋਇਆ ਹੈ। ਤਾਂ ਇਹ ਕੀ ਹੈ, ਲੋੜ ਪੈਣ ਤੇ ਬਦਲ ਸਕਦੇ ਹਨ ਜੋ ਲੋਕ ਹਨ, ਲੋਕਤੰਤਰ ਦੇ ਵਿੱਚ ਸਰਕਾਰ ਨੂੰ ਬਦਲ ਸਕਦੇ ਹਨ। ਜਿਵੇਂ 5 ਸਾਲਾਂ ਬਾਅਦ ਸਰਕਾਰ ਆਪਣੇ ਅਕਾਲੀ ਦਲ 10 ਸਾਲ ਅਕਾਲੀ ਦਲ ਰਹੀ, ਮੀਨਸ ਬਹੁਤ ਵਧੀਆ ਕੰਮ ਕਰਵਾਏ ਉਹਨਾਂ ਨੇ, ਤਾਂ ਅਕਾਲੀ ਦਲ ਰਹੀ। ਬਟ ਕਾਂਗਰਸ ਆ ਗਈ, ਮੀਨਸ ਕੋਈ ਨਾ ਕੋਈ ਉਹਨਾਂ ਵਿੱਚ ਘਾਟ ਰਹਿ ਗਈ ਹੋਵੇਗੀ, ਇਸ ਕਰਕੇ ਕਾਂਗਰਸ ਆ ਗਈ। ਮੀਨਸ ਲੋਕਤੰਤਰ ਦੇ ਵਿੱਚ ਕੀ ਹੈ, ਲੋਕ ਹਨ ਜੋ ਸਰਕਾਰਾਂ ਨੂੰ ਬਦਲ ਜਾਂਦੇ ਹਨ। ਤਾਂ ਇਹ ਕੀ ਹੈ, ਲੋਕਤੰਤਰ ਹੈ। ਇਹ ਸਾਰੀਆਂ ਚੀਜ਼ਾਂ ਲੋਕਤੰਤਰ ਦੇ ਹੋ ਰਹੀ। ਵਿਤਕਰਾ, ਵਿਤਕਰਾ ਹੈ ਜੋ ਵੀ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਵਿਤਕਰਾ ਹੁੰਦਾ ਹੈ, ਭੇਦਭਾਵ ਹੁੰਦਾ ਹੈ। ਤਾਂ ਉਹ ਕਿਸ ਨਾ ਤਾਂ ਧਰਮ ਦੇ ਆਧਾਰ ਤੇ ਹੋ ਸਕਦਾ ਹੈ, ਕੋਈ ਮਰਜ਼ੀ ਬੰਦਾ, ਮਰਜ਼ੀ ਆਦਮੀ, ਮਰਜ਼ੀ ਵਿਅਕਤੀ ਉਹ ਕੀ ਹੈ, ਵੋਟਾਂ 'ਚ ਖੜਾ ਹੋ ਸਕਦਾ ਹੈ। ਕੋਈ ਉਸਦੀ ਧਰਮ ਨਹੀਂ ਦੇਖੀ ਜਾਂਦੀ, ਕੋਈ ਜਾਤ ਨਹੀਂ, ਕੋਈ ਰੰਗ ਨਹੀਂ, ਨਸਲ ਨਹੀਂ, ਕਿਤੇ ਨਹੀਂ ਦੇਖੇ ਜਾਂਦੇ। ਤਾਂ ਵਿਤਕਰਾ ਧਰਮ, ਜਾਤ, ਰੰਗ, ਨਸਲ, ਕਿਤੇ ਤੇ ਲਿੰਗ ਦੇ ਆਧਾਰ ਤੇ ਵਿਤਕਰਾ ਨਹੀਂ ਹੁੰਦਾ। ਕੋਈ ਲੇਡੀਜ਼ ਵੀ ਖੜੀ ਹੋ ਸਕਦੀ ਹੈ। ਤਾਂ ਜਿਵੇਂ ਫੋਰ ਐਗਜ਼ਾਮਪਲ ਆਮ ਪਾਰਟੀ ਦੇ ਵਿੱਚ ਲੇਡੀਜ਼ ਖੜੀ ਹੋਈ ਹੈ, ਅਕਾਲੀ ਦਲ ਦੇ ਵਿੱਚ ਜਗਮੀਤ ਕੌਰ ਖੜੀ ਹੁੰਦੀ ਹੈ, ਤੇ ਕਾਂਗਰਸ ਦੇ ਵਿੱਚ ਰਜਿੰਦਰ ਕੌਰ ਭੱਠਲ ਸੀ, ਉਹ ਖੜੀ ਹੋਈ ਹੈ। ਤੇ ਐਟ ਪ੍ਰੈਜ਼ੈਂਟ ਵੀ ਜੋ ਕੈਬਨਿਟ ਮਿਨਿਸਟਰ ਹਨ ਉਹ ਉਹਨਾਂ ਦੇ ਵਿੱਚੋਂ ਲੇਡੀਜ਼ ਹਨ। ਮੀਨਸ ਵਿਤਕਰਾ ਨਹੀਂ ਕੀਤਾ ਜਾ ਸਕਦਾ। ਸਮਾਨ ਮੌਕੇ, ਮੀਨਸ ਸਾਰਿਆਂ ਨੂੰ ਸਮਾਨ ਮੌਕੇ ਮਿਲਦੇ ਹਨ। ਲੋਕਤੰਤਰ ਲੋਕਾਂ ਦੀ ਰਾਏ ਹੁੰਦੀ ਹੈ, ਤਾਂ ਸਾਰਿਆਂ ਨੂੰ ਸਮਾਨ ਮੌਕੇ ਮਿਲਦੇ ਹਨ। ਮੀਨਸ ਜੇਕਰ ਕੋਈ ਮੁੱਦਾ ਲੈ ਕੇ ਆਈਏ ਤਾਂ ਸਾਰੇ ਲੋਕਾਂ ਨੂੰ ਸਮਾਨ ਮੌਕੇ ਮਿਲਦੇ ਹਨ ਕਿ ਸਾਰੇ ਆਪਣੀ ਆਪਣੀ ਰਾਏ ਦੇ ਸਕਦੇ ਹਨ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਇੰਡੀਵਿਜੂਅਲ ਡਿਫਰੈਂਸਿਸ ਹਰੇਕ ਆਦਮੀ 'ਚ ਹੁੰਦੇ ਹਨ, ਬਟ ਸਾਰਿਆਂ ਦਾ ਵਿਵੇਕ ਚੈੱਕ ਕਰਦੇ ਹਨ, ਦਿਮਾਗ ਚੈੱਕ ਕਰਦੇ ਹਨ। ਤਾਂ ਉਸ ਤੇ ਕੀ ਹੈ, ਸਮਾਨ ਮੌਕੇ ਮਿਲਦੇ ਹਨ ਸਾਰਿਆਂ ਨੂੰ ਆਪਣੀ ਰਾਏ ਦੇਣ ਦੇ। ਨੈਕਸਟ ਹੈ ਰਾਜਨੀਤਿਕ ਪਲੱਸ ਸਮਾਜਿਕ ਲੋਕਤੰਤਰ, ਸਫਲਤਾ ਆਰਥਿਕ ਲੋਕਤੰਤਰ। ਇਸ ਲਾਈਨ ਨੂੰ ਸਮਝੋ। ਮੀਨਸ ਰਾਜਨੀਤਿਕ ਤੇ ਸਮਾਜਿਕ ਲੋਕਤੰਤਰ ਦੇ ਨਾਲ ਕੀ ਹੈ, ਲੋਕਤੰਤਰ ਕੰਪਲੀਟ ਨਹੀਂ ਹੁੰਦਾ। ਇਹਨਾਂ ਦੋਨਾਂ ਨੂੰ ਰਾਜਨੀਤਿਕ ਮੀਨਸ ਆਪਾਂ ਸੜਕ ਬਣਾਉਣੀ ਹੈ ਤਾਂ ਰਾਜਨੀਤਿਕ ਮੁੱਦਾ ਹੋ ਗਿਆ। ਤੇ ਉਸ ਉੱਤੇ ਕੀ ਹੈ, ਸਮਾਜਿਕ ਲੋਕਤੰਤਰ। ਮੀਨਸ ਕੁਝ ਲੋਕਾਂ ਨੇ ਕਿਹਾ ਇਹ ਸੜਕ ਬਣਨੀ ਚਾਹੀਦੀ ਹੈ, ਤਾਂ ਉਹ ਕੀ ਹੈ, ਸਮਾਜਿਕ ਹੋ ਗਿਆ। ਰਾਜਨੀਤਿਕ ਸੜਕ ਹੋ ਗਈ, ਸਮਾਜਿਕ ਕੀ ਹੋ ਗਿਆ, ਲੋਕ ਹੋ ਗਏ।
ਤਾਂ ਇਹਨਾਂ ਦੋਨਾਂ ਦੇ ਨਾਲ ਸਫਲਤਾ ਨਹੀਂ ਮਿਲ ਸਕਦੀ। ਮੀਨਸ ਸਫਲਤਾ ਕਦੋਂ ਮਿਲੂਗੀ? ਜਦੋਂ ਆਰਥਿਕ ਲੋਕਤੰਤਰ ਹੋਵੇਗਾ, ਜਦੋਂ ਸਾਨੂੰ ਉਸਦਾ ਜੋ ਹੈ ਇਕਨੋਮੀ ਵੀ ਬਹੁਤ ਜ਼ਿਆਦਾ ਗਰੋਥ ਕਰੇਗੀ ਜਾਂ ਇਕਨੋਮੀ ਤੇ ਸਾਡੇ ਕੋਲ ਪੈਸੇ ਹੋਣਗੇ, ਤਾਂ ਇਸ ਲਈ ਆਰਥਿਕ ਲੋਕਤੰਤਰ ਜ਼ਰੂਰੀ ਹੈ। ਤਾਂ ਰਾਜਨੀਤਿਕ ਤੇ ਸਮਾਜਿਕ ਲੋਕਤੰਤਰ ਦੀ ਸਫਲਤਾ ਲਈ ਆਰਥਿਕ ਲੋਕਤੰਤਰ ਦੀ ਵੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਤਾਂ ਸਫਲਤਾ ਪ੍ਰਾਪਤ ਕਰਨ ਲਈ ਆਰਥਿਕ ਲੋਕਤੰਤਰ ਕਿੱਥੇ ਹੋਣਾ ਚਾਹੀਦਾ? ਲੋਕਤੰਤਰ ਦੇ ਵਿੱਚ। ਇਹ ਸਾਰੀ ਦੋਸਤੋ ਲੋਕਤੰਤਰ ਦੀ ਗੱਲ ਚੱਲ ਰਹੀ ਹੈ। ਉਸ ਤੋਂ ਅੱਗੇ ਆ ਗਿਆ ਲੋਕਤੰਤਰ ਤੱਤ। ਮੀਨਸ ਲੋਕਤੰਤਰ ਤੱਤ ਆ ਗਏ ਤਾਂ ਕਿਹੜੇ ਕਿਹੜੇ ਹਨ? ਲੋਕਤੰਤਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਹਨ? ਤਾਂ ਦੇਖੋ, ਸਮਾਨਤਾ, ਸੁਤੰਤਰਤਾ, ਭਰਾਤਰੀ ਭਾਵ, ਵਿਚਾਰਾਂ ਦਾ ਸਤਿਕਾਰ, ਸਹਿਣਸ਼ੀਲਤਾ ਅਤੇ ਸਹਿਯੋਗ। ਇਹ ਜਿਹੜੀਆਂ ਚੀਜ਼ਾਂ ਹਨ ਇਹ ਹੋਣੀਆਂ ਬਹੁਤ ਜ਼ਰੂਰੀ ਹਨ। ਸਮਾਨਤਾ ਹੋਣੀ ਜ਼ਰੂਰੀ ਹੈ, ਸੁਤੰਤਰਤਾ ਹੋਣੀ ਜ਼ਰੂਰੀ ਹੈ, ਭਰਾਤਰੀ ਭਾਵ ਮਿਲ ਜੁਲ ਕੇ ਰਹਿਣ ਫਿਰ ਹੀ ਸਮਾਨਤਾ ਬਣਦੀ ਹੈ। ਮੀਨਸ ਭਾਈਚਾਰੇ ਦੀ ਭਾਵਨਾ ਹੋਣੀ ਜ਼ਰੂਰੀ ਹੈ, ਵਿਚਾਰਾਂ ਦਾ ਸਤਿਕਾਰ ਹੋਣਾ ਜ਼ਰੂਰੀ ਹੈ, ਸਹਿਣਸ਼ੀਲਤਾ ਅਤੇ ਸਹਿਯੋਗ, ਇਹ ਸਾਰੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਹਨ। ਤੇ ਤੁਹਾਨੂੰ ਮੈਂ ਦੱਸ ਦੇਵਾਂ, ਭਰਾਤਰੀ ਭਾਵ ਹੈ ਜੋ ਇਹ ਨਾਅਰਾ ਦਿੱਤਾ ਸੀ, ਜੋ ਨਾਅਰਾ ਦਿੱਤਾ ਗਿਆ ਸੀ, ਇਹ ਜੋ ਫਰਾਂਸ ਦੀ ਕ੍ਰਾਂਤੀ ਹੋਈ ਸੀ, ਫਰਾਂਸੀਸੀ ਕ੍ਰਾਂਤੀਕਾਰੀਆਂ ਨੇ ਕੀ ਹੈ ਇਹ ਨਾਅਰਾ ਦਿੱਤਾ ਸੀ ਭਰਾਤਰੀ ਭਾਵ ਦਾ। ਮੀਨਸ ਫਰੈਟਰਨਿਟੀ ਵੀ ਆਪਾਂ ਕਹਿ ਦਿੰਦੇ ਆ। ਆਪਣਾ ਪ੍ਰੀਐਮਬਲ ਦੇ ਵਿੱਚ ਅੱਗੇ ਕਰਾਵਾਂਗਾ ਤੁਹਾਨੂੰ ਮੈਂ, ਤੁਹਾਡੇ ਵੈਸੇ ਈਟੀਟੀ ਵਾਲੇ ਦੇ ਸਿਲੇਬਸ ਚ ਨਹੀਂ ਹੈ ਬਟ ਪ੍ਰੀਐਮਬਲ ਮੈਂ ਕਰਾਵਾਂਗਾ, ਉੱਥੇ ਫਰੈਟਰਨਿਟੀ ਵਰਡ ਆਇਆ ਹੈ ਤਾਂ ਉਹ ਅਸੀਂ ਕਿੱਥੋਂ ਲਿਆ ਹੈ? ਫਰਾਂਸ ਤੋਂ ਲਿਆ ਹੈ। ਵੈਸੇ ਇਹ ਕੁਐਸਚਨ ਬਣਦੇ ਵੀ ਹਨ ਤਾਂ ਤੁਹਾਨੂੰ ਈਟੀਟੀ ਵਾਲੇ ਨੂੰ ਵੀ ਬਣ ਸਕਦਾ ਹੈ, ਕਿਉਂਕਿ ਭਰਾਤਰੀ ਭਾਵ ਹੈ ਜੋ ਲੋਕਤੰਤਰ ਦਾ ਹੀ ਹਿੱਸਾ ਹੈ। ਤਾਂ ਫਰਾਂਸੀਸੀ ਕ੍ਰਾਂਤੀਕਾਰੀਆਂ ਨੇ ਨਾਅਰਾ ਦਿੱਤਾ। ਮੀਨਸ ਵੈਸੇ ਪੁੱਛ ਸਕਦਾ ਹੈ ਭਰਾਤਰੀ ਭਾਵ ਕਿੱਥੋਂ ਲਿਆ ਗਿਆ? ਤਾਂ ਫਰਾਂਸ ਤੋਂ ਲਿਆ ਗਿਆ। ਮੀਨਸ ਫਰਾਂਸ ਦੇ ਕ੍ਰਾਂਤੀਕਾਰੀਆਂ ਨੇ ਨਾਅਰਾ ਦਿੱਤਾ ਸੀ। ਤਾਂ ਇਸ ਤੋਂ ਅੱਗੇ ਹੈ ਪ੍ਰਤੱਖ ਰੂਪ। ਪ੍ਰਤੱਖ ਰੂਪ ਦੀ ਗੱਲ ਕਰਕੇ ਤਾਂ ਪ੍ਰਤੱਖ ਮੀਨਸ ਮੈਂ ਪਹਿਲਾਂ ਵੀ ਕਿਹਾ ਹੈ ਡਾਇਰੈਕਟ ਡੈਮੋਕ੍ਰੇਸੀ। ਮੀਨਸ ਪ੍ਰਤੱਖ ਰੂਪ ਬਾਲਗ ਵੋਟ ਅਧਿਕਾਰ ਤੇ ਚੁਣੇ ਪ੍ਰਤੀਨਿਧਾਂ। ਮੀਨਸ ਪ੍ਰਤੱਖ ਰੂਪ ਦੇ ਵਿੱਚ ਕੀ ਕਰਦਾ ਹੈ? ਜੋ ਲੋਕ ਹਨ ਉਹ ਵੋਟ ਦੇ ਅਧਿਕਾਰ ਤੇ ਜਾਂ ਆਪਣੇ ਪ੍ਰਤੀਨਿਧ ਨੂੰ ਚੁਣ ਸਕਦੇ ਹਨ। ਤਾਂ ਇਸ ਕਰਕੇ ਕਿਹਾ ਗਿਆ ਹੈ ਪ੍ਰਤੱਖ ਰੂਪ ਮੀਨਸ ਡਾਇਰੈਕਟ ਵੇ ਦੇ ਨਾਲ ਉਹ ਕੀ ਹੈ? ਸਿੱਧਾ ਨਹੀਂ ਚੁਣ ਸਕਦਾ। ਮੀਨਸ ਉਹ ਵੋਟ ਪਾ ਕੇ ਉਸ ਨੂੰ ਚੁਣ ਸਕਦਾ ਹੈ। ਅਤੇ ਕੁਝ ਇਸ ਦੇ ਜੋ ਮਹੱਤਵਪੂਰਨ ਪੱਖਾਂ ਨੂੰ ਦੱਸਦਾ ਕਿ ਬਾਲਗ ਵੋਟ ਸਭ ਤੋਂ ਪਹਿਲਾਂ ਕੀ ਹੈ ਜੋ ਵੋਟ ਦਾ ਅਧਿਕਾਰ ਸੀ 21 ਸਾਲ ਸੀ। ਅਤੇ 61ਵੀਂ ਜੋ ਸੋਧ ਹੋਈ ਸੀ, ਸੰਵਿਧਾਨਕ ਸੋਧਾਂ ਹੁੰਦੀਆਂ ਰਹਿੰਦੀਆਂ ਹਨ, ਤਾਂ ਇਹ ਕੀ ਹੈ 18 ਸਾਲ ਸਾਡੀ ਉਮਰ ਕਰ ਦਿੱਤੀ ਗਈ ਇਸ ਦੀ ਵੋਟ ਪਾਉਣ ਦੀ। ਤਾਂ ਆਹ ਚੀਜ਼ਾਂ ਯਾਦ ਰੱਖ ਲਓ, ਪਹਿਲਾਂ 21 ਸਾਲ ਸੀ, ਕੁਐਸਚਨ ਆ ਜਾਂਦਾ ਹੈ। ਤਾਂ 61ਵੀਂ ਸੋਧ ਦੁਆਰਾ 18 ਸਾਲ ਦੀ ਕੀ ਹੈ ਉਮਰ ਕਰ ਦਿੱਤੀ ਗਈ। ਤੇ ਸਾਡੇ ਕੀ ਹੈ ਜੋ ਚੀਫ ਇਲੈਕਸ਼ਨ ਕਮਿਸ਼ਨਰ ਤੇ ਇਲੈਕਸ਼ਨ ਕਮਿਸ਼ਨਰ ਇਹ ਕੀ ਹਨ? 3 ਹਨ। ਮੀਨਸ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੈ ਤੇ ਇੱਕ ਇਹ ਹੈ, ਤਾਂ ਟੋਟਲ 3 ਹੋ ਗਏ। ਮੀਨਸ 3 ਸਾਡੇ ਇਲੈਕਸ਼ਨ ਕਮਿਸ਼ਨਰ ਹਨ। ਬਸ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ। 3 ਇਲੈਕਸ਼ਨ ਕਮਿਸ਼ਨਰ ਆ ਸਾਡੇ, 18 ਸਾਲ ਏਜ ਹੋਣਾ ਹੈ। 61ਵੀਂ ਸੋਧ ਤੋਂ ਪਹਿਲਾਂ 21 ਸਾਲ ਦੀ ਕੀ ਸੀ ਉਮਰ ਸੀ। ਤੇ ਇਹ ਚੀਜ਼ਾਂ ਹਨ ਬਾਲਗ ਵੋਟ, ਇਹ ਮੈਂ ਵੈਸੇ ਲਿਖਾ ਦਿੱਤੀਆਂ ਹਨ, ਮੀਨਸ ਐਗਜ਼ਾਮ 'ਚ ਆ ਸਕਦੇ ਨੇ, ਕੰਪੀਟੀਟਿਵ ਐਗਜ਼ਾਮ ਦੇ ਕੁਐਸਚਨ ਹਨ ਇਹ। ਤਾਂ ਉਸ ਤੋਂ ਅੱਗੇ ਹੈ ਲੋਕਤੰਤਰੀ ਰਾਜ। ਲੋਕਤੰਤਰੀ ਰਾਜ ਹੈ ਜੋ ਲੋਕਤੰਤਰ ਦੀ ਗੱਲ ਕਰ ਰਹੀ ਹਾਂ, ਇਹ 2 ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਂ ਹੁੰਦਾ ਹੈ ਡੈਮੋਕ੍ਰੈਟਿਕ, ਓਕੇ, ਇੱਕ ਹੁੰਦਾ ਹੈ ਡਿਕਟੇਟਰਸ਼ਿਪ ਵੀ, ਤਾਨਾਸ਼ਾਹ। 2 ਤਰ੍ਹਾਂ ਦੇ ਹੁੰਦੇ ਹਨ। ਤਾਂ ਲੋਕਤੰਤਰੀ ਰਾਜ ਦੇ ਵਿੱਚ ਕੀ ਹੁੰਦਾ ਹੈ? ਲੋਕਾਂ ਦੀ ਸਰਕਾਰ ਹੁੰਦੀ ਹੈ, ਇਹ ਆਪਾਂ ਪੜ੍ਹ ਲਿਆ ਹੈ ਪਹਿਲਾਂ ਬਹੁਤ। ਮੀਨਸ ਲੋਕਾਂ ਦੀ ਸਰਕਾਰ ਹੁੰਦੀ ਹੈ। ਤਾਂ ਲੋਕਾਂ ਦੀ ਸਰਕਾਰ ਮੀਨਸ ਸਰਕਾਰ, ਇੱਕ ਤਾਂ ਸਰਕਾਰ ਹੋ ਗਈ, ਦੂਜਾ ਕੀ ਹੈ ਰਾਜ। ਮੀਨ ਜਿੱਥੋਂ ਦੀ ਸਰਕਾਰ ਹੋਵੇਗੀ, ਭਾਵੇਂ ਉਹ ਇੰਡੀਆ ਦੀ ਸਰਕਾਰ ਹੋਵੇ, ਭਾਵੇਂ ਪੰਜਾਬ ਦੀ, ਭਾਵੇਂ ਉੱਤਰ ਪ੍ਰਦੇਸ਼ ਦੀ, ਮੀਨਸ ਉਹ ਰਾਜ ਆ ਗਏ।
मीन्स राज ते सरकार है, राज अते सरकार ये दोनों की है साधन हन। मीन्स ये साधन हन, ਤਾਂ ਇਹ ਕੀ ਦੋਨੇ ਸਾਧਨ ਹੋ ਗਏ ਰਾਜ ਅਤੇ ਸਰਕਾਰ। ਇਹ ਕੁਐਸਚਨ ਸਿੱਧਾ ਬਣ ਜਾਂਦਾ ਹੈ। ਰਾਜ ਅਤੇ ਸਰਕਾਰ ਕਦੋਂ ਸਾਧਨ ਹੁੰਦੇ ਹਨ? ਉਹ ਹੁੰਦਾ ਹੈ ਲੋਕਤੰਤਰੀ ਰਾਜ ਵੀ ਡੈਮੋਕ੍ਰੈਟਿਕ ਜਾਂ ਡੈਮੋਕ੍ਰੇਸੀ ਦੇ ਵਿੱਚ ਕੀ ਹੈ ਇਹ ਲੋਕਤੰਤਰੀ ਰਾਜ ਦੇ ਵਿੱਚ ਸਾਧਨ ਹੁੰਦੇ ਹਨ। ਅਤੇ ਜੋ ਲੋਕ ਹੈ ਮੀਨਸ ਲੋਕਤੰਤਰ ਦੀ ਗੱਲ ਹੋ ਰਹੀ ਹੈ ਤਾਂ ਇਹ ਕੀ ਹੈ ਉਦੇਸ਼ ਹੈ। ਮੀਨਸ ਇਹਨਾਂ ਦਾ ਉਦੇਸ਼ ਹੈ, ਇਹਨਾਂ ਦਾ ਨਾਰਾ ਵੀ ਕਿਸ ਦੀ ਸਰਕਾਰ ਆਉਣੀ ਚਾਹੀਦੀ ਹੈ ਉਸੇ ਨੂੰ ਹੀ ਵੋਟ ਪਾਵਾਂਗੇ। ਤਾਂ ਇਹ ਦੋ ਚੀਜ਼ਾਂ ਹਨ, ਰਾਜ ਅਤੇ ਸਰਕਾਰ ਸਾਧਨਾਂ ਤੇ ਲੋਕ ਉਦੇਸ਼ ਹੈ। ਠੀਕ ਹੈ ਜੀ, ਇਸ ਕਰਕੇ ਕਹਿੰਦੇ ਆ ਕਿ ਲੋਕ ਜਦੋਂ ਚਾਹਣ ਕੁਰਸੀ ਤੋਂ ਲਾ ਵੀ ਸਕਦੇ, ਜਦੋਂ ਚਾਹਣ ਸਰਕਾਰ ਬਣਾ ਵੀ ਸਕਦੇ ਹਨ। ਦੂਜਾ ਹੈ ਤਾਨਾਸ਼ਾਹੀ ਰਾਜ। ਤਾਨਾਸ਼ਾਹੀ ਰਾਜ ਦੇ ਵਿੱਚ ਕੀ ਹੈ ਰਾਜ ਉਦੇਸ਼ ਬਣ ਜਾਂਦਾ ਹੈ, ਮੀਨਸ ਇਸ ਦੇ ਆਪੋਜ਼ਿਟ ਹੋ ਜਾਂਦਾ ਹੈ। ਰਾਜ ਕੀ ਹੈ ਉਦੇਸ਼ ਬਣ ਜਾਂਦਾ ਹੈ ਤੇ ਲੋਕ ਸਾਧਨ ਬਣ ਜਾਂਦੇ ਹਨ। ਫੋਰ ਐਗਜ਼ਾਮਪਲ ਤੁਸੀਂ ਦੇਖੋ ਨਾਰਥ ਕੋਰੀਆ ਦੇ ਵਿੱਚ ਡਿਕਟੇਟਰਸ਼ਿਪ ਹੈ, ਮੀਨਸ ਜੋ ਉੱਥੋਂ ਦਾ ਹੈ ਮੈਨੂੰ ਨਾਮ ਨਹੀਂ ਪਤਾ ਸੌਰੀ, ਜੋ ਉੱਥੋਂ ਦਾ ਹੈ ਮੇਨ ਉਹ ਕੀ ਹੈ ਡਿਕਟੇਟਰਸ਼ਿਪ ਹੈ, ਤਾਨਾਸ਼ਾਹ ਹੈ। ਆਪਾਂ ਬਹੁਤ ਵਾਰ ਦੇਖਿਆ ਹੈ ਨਿਊਜ਼ ਦੇ ਵਿੱਚ। ਮੀਨਸ ਉਹ ਆਪਣੀ ਮਰਜ਼ੀ ਕਰਦਾ ਹੈ ਤਾਂ ਉੱਥੇ ਕੀ ਹੈ ਉਹ ਖੁਦ ਉਦੇਸ਼ ਹੈ, ਜੋ ਕੁਝ ਕਹੇਗਾ ਲੋਕ ਉਸ ਦੀ ਗੱਲ ਮੰਨਣਗੇ ਤਾਂ ਉਹ ਕੀ ਹੋਵੇ ਸਾਧਨ ਹੋ ਗਏ, ਉਸ ਦੇ ਕਹਿਣ ਦੇ ਮੁਤਾਬਕ ਹੀ ਸਾਰੇ ਕੰਮ ਹੋਣਗੇ। ਤਾਂ ਕੀ ਹੋ ਗਿਆ ਤਾਨਾਸ਼ਾਹੀ ਰਾਜ ਦੇ ਵਿੱਚ ਕੀ ਹੈ ਰਾਜ ਉਦੇਸ਼ ਬਣ ਜਾਂਦਾ ਹੈ। ਲੋਕਤੰਤਰੀ ਰਾਜ ਵਿੱਚ ਕੀ ਹੈ ਰਾਜ ਅਤੇ ਸਰਕਾਰ, ਵੈਸੇ ਤਾਂ ਰਾਜ ਹੀ ਆਵੇਗਾ ਸਰਕਾਰ ਵੀ ਆ ਸਕਦੀ ਹੈ, ਦੋਨੇ ਕੀ ਹੈ ਸਾਧਨ ਪਏ ਨੇ ਤੇ ਉਦੇਸ਼ ਲੋਕ ਹੁੰਦੇ ਹਨ। ਤਾਂ ਨੈਕਸਟ ਹੈ ਪੂਰਕ। ਪੂਰਕ ਮੀਨਸ ਸਮਾਨ। ਮੀਨਸ ਪੂਰਕ ਦੇ ਵਿੱਚ ਗੱਲ ਕਰੀਏ ਸਮਾਨਤਾ ਅਤੇ ਸੁਤੰਤਰਤਾ ਦੋਨੇ ਬਹੁਤ ਹੀ ਜ਼ਿਆਦਾ ਕੰਪਲਸਰੀ ਹਨ। ਮੀਨਸ ਇਹ ਦੋਨੇ ਇੱਕ ਦੂਜੇ ਨਾਲ ਇੰਟਰਲੇਟ ਹਨ। ਮੀਨਸ ਦੋਨਾਂ ਦੇ ਵਿੱਚੋਂ ਇੱਕ ਵੀ ਵਾਰ ਹੋ ਗਿਆ ਤਾਂ ਉਹ ਉਸ ਨੂੰ ਆਪਾਂ ਲੋਕਤੰਤਰ ਨਹੀਂ ਕਹਿ ਸਕਦੇ। ਲੋਕਤੰਤਰ ਦੇ ਵਿੱਚ ਕੀ ਹੈ ਲੋਕਾਂ ਦੀ ਰਾਏ ਹੁੰਦੀ ਹੈ। ਰਾਏ ਦਾ ਭਾਵ ਇਹ ਹੈ ਕਿ ਲੋਕ ਸਾਰਿਆਂ ਨੂੰ ਸਮਾਨ ਅਧਿਕਾਰ ਹੁੰਦਾ ਹੈ ਤੇ ਸਾਰੇ ਆਜ਼ਾਦ ਹੁੰਦੇ ਹਨ, ਸੁਤੰਤਰਤਾ ਹੁੰਦੀ ਹੈ। ਤਾਂ ਉਹੀ ਚੀਜ਼ ਇੱਥੇ ਲਿਖੀ ਗਈ ਹੈ ਸਮਾਨਤਾ ਅਤੇ ਸੁਤੰਤਰਤਾ ਦੋਨੇ ਕੀ ਹਨ ਪੂਰਕ ਹਨ, ਇੰਟਰਲੇਟ ਹਨ, ਮੀਨਸ ਇੱਕ ਦੂਜੇ ਦੇ ਨਾਲ ਚੰਗੀ ਤਰ੍ਹਾਂ ਨਾਲ ਜੁੜੇ ਹੋਏ ਹਨ। ਤਾਂ ਉੱਥੇ ਕੁਐਸਚਨ ਬਣ ਸਕਦਾ ਹੈ ਜੇਕਰ ਸਮਾਨਤਾ ਨੂੰ ਸੁਤੰਤਰਤਾ ਦੇ ਨਾਲੋਂ ਅਲੱਗ ਕੀਤਾ ਜਾਵੇ ਤਾਂ ਇਸ ਨਾਲ ਕਿਹੜੀ ਸਰਕਾਰ ਬਣੇਗੀ? ਤਾਂ ਉਹ ਕੀ ਹੈ ਤਾਨਾਸ਼ਾਹ ਹੀ ਹੋ ਸਕਦੀ ਹੈ, ਕਿਉਂਕਿ ਜਦ ਵੱਖੋ ਵੱਖਰੇ ਲੋਕ ਹੋ ਜਾਂਦੇ ਹਨ ਤਾਂ ਗੱਲ ਕੀ ਨਹੀਂ ਬਣਦੀ, ਲੋਕਤੰਤਰ ਸਰਕਾਰ ਨਹੀਂ ਕਹਿ ਸਕਦੇ ਜਾਂ ਕੋਈ ਹੋਰ ਬਣ ਜਾਵੇਗੀ। ਮੀਨਸ ਕੀ ਹੈ ਇਹਨਾਂ ਦੇ ਵਿੱਚੋਂ ਵੈਸੇ ਦੋਨੇ ਦਵੇਗਾ ਤਾਨਾਸ਼ਾਹੀ ਆਵੇਗੀ ਜਾਂ ਦੋਨੋਂ ਜਾਂ ਕੋਈ ਨਹੀਂ, ਚਾਰ ਆਪਸ਼ਨ ਹੀ ਹੋ ਸਕਦੀਆਂ, ਪੰਜਵੀਂ ਆਪਸ਼ਨ ਵੀ ਬਣ ਨਹੀਂ ਸਕਦੀ। ਤਾਂ ਪੂਰਕ ਕੀ ਹੈ ਸਮਾਨਤਾ ਤੇ ਸੁਤੰਤਰਤਾ ਹਨ, ਦੋਨੇ ਹੋਣੇ ਚਾਹੀਦੇ ਹਨ। ਅਤੇ ਇਹ ਕੀ ਹੈ ਸਾਡੇ ਫੰਡਾਮੈਂਟਲ ਰਾਈਟਸ ਵੀ ਹਨ। ਤਾਂ ਫੰਡਾਮੈਂਟਲ ਰਾਈਟ ਵੀ ਹੈ ਜੋ ਈਟੀਟੀ ਵਾਲਿਆਂ ਨੂੰ ਟੌਪਿਕ ਹੈ, ਬਟ ਮੈਂ ਕਰਾਵਾਂਗਾ ਡੋਂਟ ਵਰੀ ਸਾਰਾ ਕੁਝ ਕਰਾਵਾਂਗਾ ਪੋਲੀਟੀਕਲ ਸਾਇੰਸ ਦਾ। ਬਟ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਸਟੈਪ ਬਾय ਸਟੈਪ ਹੌਲੀ ਹੌਲੀ ਅੱਗੇ ਵੱਧ ਚੱਲਾਂਗੇ। ਤਾਂ ਫੰਡਾਮੈਂਟਲ ਰਾਈਟ ਹਨ ਸਮਾਨਤਾ ਤੇ ਸੁਤੰਤਰਤਾ ਦਾ ਕੀ ਹੈ ਇਹ ਅਧਿਕਾਰ ਉਹਦੇ ਚ ਦਿੱਤਾ ਗਿਆ ਹੈ। ਤਾਂ ਇਹ ਦੋਨੇ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹਨ। ਸਮਾਨਤਾ ਦੇ ਵਿੱਚ ਸਾਰਿਆਂ ਨੂੰ ਸਮਾਨਤਾ ਹੋਣੀ ਚਾਹੀਦੀ ਹੈ, ਸੁਤੰਤਰਤਾ ਦੇ ਵਿੱਚ ਕੀ ਹੈ ਸਾਰਿਆਂ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ। ਤਾਂ ਮੈਂ ਤੁਹਾਨੂੰ ਆਰਟੀਕਲ ਵੀ ਦੱਸਾਂਗਾ ਵੀ ਕਿਹੜੇ ਕਿਹੜੇ ਹਨ। ਤਾਂ ਇਸ ਤੋਂ ਅੱਗੇ ਹੈ ਸ਼ਾਂਤੀਪੂਰਨ ਅਤੇ ਸੰਵਿਧਾਨਕ ਸਾਧਨਾਂ ਵਿੱਚ ਵਿਸ਼ਵਾਸ। ਲੋਕਤੰਤਰ ਦੇ ਵਿੱਚ ਕੀ ਹੈ ਸ਼ਾਂਤੀ ਚਾਹੁੰਦੇ ਹਨ ਲੋਕ, ਵੀ ਸਾਰੇ ਲੋਕ ਮਿਲ ਜੁਲ ਕੇ ਰਹਿਣ। ਮਿਲ ਜੁਲ ਕੇ ਰਹਿਣ ਦਾ ਭਾਵ ਇਹ ਹੈ ਕਿ ਸਮਾਨਤਾ ਤੇ ਸੁਤੰਤਰਤਾ ਦਾ ਅਧਿਕਾਰ ਮਿਲਿਆ ਹੋਇਆ ਹੈ ਉਹਨਾਂ ਨੂੰ, ਅਤੇ ਜਦ ਸੁਤੰਤਰਤਾ ਤੇ ਸਮਾਨਤਾ ਦਾ ਅਧਿਕਾਰ ਹੈ ਤਾਂ ਸ਼ਾਂਤੀ ਵੀ ਬਣਾਈ ਰੱਖਣਗੇ। ਲੋਕ ਇੱਕ ਦੂਜੇ ਨਾਲ ਹਿੰਸਾ ਨਹੀਂ ਕਰਨਗੇ। ਗਾਂਧੀ ਜੀ ਦਾ ਉਪਦੇਸ਼ ਸੀ ਕਿ ਹਿੰਸਾ ਨਹੀਂ ਕਰਨੀ, ਤਾਂ ਹਿੰਸਾ ਨਹੀਂ ਕਰਨਗੇ, ਤੋੜ-ਫੋੜ ਨਹੀਂ ਕਰਨਗੇ, ਸ਼ਾਂਤੀਪੂਰਨ ਬਣਾਈ ਰੱਖਣਗੇ ਤੇ ਸੰਵਿਧਾਨਕ ਸਾਧਨਾਂ ਵਿੱਚ ਵਿਸ਼ਵਾਸ ਰੱਖਣਗੇ। ਜੋ ਸੰਵਿਧਾਨ 'ਚ ਲਿਖਿਆ ਗਿਆ ਹੈ ਉਸੇ ਅਕੋਰਡਿੰਗ ਚੱਲਣਗੇ। ਮੀਨਸ ਕੌਣ ਕਹਿੰਦਾ ਹੈ ਲੋਕਤੰਤਰ ਕਹਿੰਦਾ ਹੈ। ਅੱਗੇ ਹੈ ਮੌਲਿਕ ਅਧਿਕਾਰ ਜਿਸ ਦੀ ਮੈਂ ਗੱਲ ਕੀਤੀ ਹੈ। ਮੌਲਿਕ ਅਧਿਕਾਰਾਂ ਦੇ ਵਿੱਚ ਸਮਾਨਤਾ ਸੁਤੰਤਰਤਾ ਦਾ ਅਧਿਕਾਰ ਆਉਂਦਾ ਹੈ। ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤੇ ਭਾਰਤ ਵਿੱਚ ਕਿੰਨੇ ਤਰ੍ਹਾਂ ਦੇ ਹਨ, ਕਿੰਨੇ ਤੋਂ ਲੈ ਕੇ ਕਿੰਨੇ ਤੱਕ ਹੁੰਦੇ ਹਨ, ਹਰੇਕ ਦਾ ਨਾਮ ਲਿਖਿਆ ਹੋਵੇਗਾ, ਕੰਮ ਦੱਸਾਂਗਾ। ਮੀਨਸ ETC ਜਿੰਨੇ ਵੀ ਕੁਐਸਚਨ ਬਣੇ ਸਾਰੇ ਤੁਹਾਨੂੰ ਮੈਂ ਕਰਾਵਾਂਗਾ, ਬਟ ਕਰਾਵਾਂਗਾ ਉਹੀ ਜੋ ਕੁਐਸਚਨ ਆਉਂਦੇ ਹਨ, ਫਾਲਤੂ ਕੁਝ ਨਹੀਂ ਕਰਾਵਾਂਗਾ।
ਤਾਂ ਮੌਲਿਕ ਅਧਿਕਾਰ ਕਿੱਥੇ ਕਿੱਥੇ ਪਾਏ ਜਾਂਦੇ ਹਨ? ਭਾਰਤ ਦੇ ਵਿੱਚ ਵੀ, ਜਾਪਾਨ 'ਚ ਵੀ, ਅਮਰੀਕਾ 'ਚ ਵੀ, ਦੋ ਵਾਰ ਲਿਖਿਆ ਗਿਆ, ਭਾਰਤ, ਜਾਪਾਨ, ਅਮਰੀਕਾ ਤੇ ਹੋਰ ਵੀ ਕਈ ਦੇਸ਼ਾਂ 'ਚ ਪਾਏ ਜਾਂਦੇ ਹੋਣਗੇ। ਤਾਂ ਮੌਲਿਕ ਅਧਿਕਾਰ ਇਹਨਾਂ ਲਿਖ ਦੇਣਾ ਕਿ ਇਹ 12 ਤੋਂ 35 ਤੱਕ ਹੁੰਦੇ ਹਨ। ਜੋ ਇਹਨਾਂ ਦੇ ਆਰਟੀਕਲ ਹਨ 12 ਤੋਂ 35 ਤੱਕ ਹਨ। ਮੌਲਿਕ ਅਧਿਕਾਰ ਹਨ ਜੋ ਇੱਥੇ ਤੱਕ ਆਉਂਦੇ ਹਨ। ਤੇ ਮੌਲਿਕ ਅਧਿਕਾਰਾਂ ਦਾ ਮਤਲਬ ਕੀ ਹੈ ਕਿ ਲੋਕਾਂ ਨੂੰ, ਮੌਲਿਕ ਦਾ ਮੀਨਸ ਕੀ ਹੈ? ਮੂਲ ਹੈ, ਵੀ ਲੋਕਾਂ ਨੂੰ ਅਧਿਕਾਰ ਪੂਰੇ ਮਿਲੇ ਹੋਏ ਹਨ ਅਤੇ ਉਹ ਇਹਨਾਂ ਦੇ ਲਈ ਕੀ ਹੈ, ਉਹ ਹਾਈ ਕੋਰਟ, ਸੁਪਰੀਮ ਕੋਰਟ ਤੱਕ ਵੀ ਜਾ ਸਕਦੇ। ਸੁਪਰੀਮ ਕੋਰਟ ਸਾਡਾ ਜਾਂ ਸਰਵਉੱਚ ਅਦਾਲਤ ਹੈ ਤਾਂ ਉੱਥੇ ਤੱਕ ਵੀ ਪਹੁੰਚ ਸਕਦੇ। ਉਸ ਤੋਂ ਅੱਗੇ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦੀ ਗੱਲ ਆਈ ਗਈ। ਤਾਂ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਕਿੱਥੇ ਹੋਵੇਗੀ? ਲੋਕਤੰਤਰ 'ਚ ਹੋਵੇਗੀ। ਕਿਉਂ ਹੋਵੇਗੀ? ਕਿਉਂਕਿ ਸਮਾਨਤਾ ਤੇ ਸੁਤੰਤਰਤਾ ਬਣਾਈ ਰੱਖਣੀ ਹੈ। ਇਸ ਕਰਕੇ ਕੀ ਹੈ, ਸਮਾਨਤਾ ਦਾ ਅਧਿਕਾਰ ਹੈ ਤੇ ਉਹ ਸੁਤੰਤਰ ਹਨ, ਆਜ਼ਾਦ ਹਨ। ਤਾਂ ਕੀ ਹੈ, ਉੱਥੇ ਕੀ ਹੈ, ਡਿਕਟੇਟਰਸ਼ਿਪ ਨਹੀਂ ਚੱਲੇਗੀ। ਉਹ ਸੁਪਰੀਮ ਕੋਰਟ ਤੱਕ ਵੀ ਜਾ ਸਕਦੇ ਹਨ। ਮੀਨਸ ਸੁਤੰਤਰ ਹਨ ਉਹ ਨਿਰਪੱਖ ਨਿਆਂਪਾਲਿਕਾ ਦੇ ਲਈ। ਨਿਆਂਪਾਲਿਕਾ ਜੋ ਜੁਡੀਸ਼ਰੀ ਹੈ ਸਾਡੀ, ਸੁਪਰੀਮ ਕੋਰਟ ਸਭ ਤੋਂ ਉੱਚੀ ਹੈ, ਉਸ ਤੋਂ ਥੱਲੇ ਹਾਈ ਕੋਰਟ ਹੈ, ਉਸ ਤੋਂ ਥੱਲੇ ਸਬਆਰਡੀਨੇਟ ਕੋਰਟਸ ਹਨ ਅਤੇ ਥੱਲੇ ਕੀ ਹਨ? ਡਿਸਟ੍ਰਿਕਟ ਕੋਰਟਸ, ਕ੍ਰਿਮੀਨਲ ਕੋਰਟਸ ਬਣ ਜਾਂਦੀਆਂ ਹਨ। ਤਾਂ ਉਸ ਤੋਂ ਅੱਗੇ ਹੈ ਕਾਨੂੰਨ ਦਾ ਸ਼ਾਸਨ। ਮੀਨਸ ਕਾਨੂੰਨ ਦਾ ਸ਼ਾਸਨ ਹੋਵੇ, ਇਹ ਸਭ ਤੋਂ ਵੱਡੀ ਗੱਲ ਹੈ। ਜੇਕਰ ਕਾਨੂੰਨ ਦਾ ਸ਼ਾਸਨ ਹੋਵੇਗਾ ਤਾਂ ਹੀ ਉੱਥੇ ਸੁਤੰਤਰਤਾ, ਸਮਾਨਤਾ ਬਣੀ ਰਹੇਗੀ ਅਤੇ ਸਾਰਿਆਂ ਦੇ ਲਈ ਇਹ ਇੱਕੋ ਜਿਹਾ ਹੋਣਾ ਚਾਹੀਦਾ। ਇਹ ਨਹੀਂ ਕਿ ਜੋ ਅਮੀਰ ਹੈ ਉਸ ਦਾ ਸ਼ਾਸਨ ਵੱਖਰਾ ਹੋ ਗਿਆ, ਗਰੀਬ ਹੈ ਉਸ ਦਾ ਸ਼ਾਸਨ ਵੱਖਰਾ ਹੋ ਗਿਆ। ਮੀਨਸ ਇਹ ਨਹੀਂ, ਇੱਥੇ ਕਾਨੂੰਨ ਦਾ ਸ਼ਾਸਨ ਹੋਵੇਗਾ ਤੇ ਕਾਨੂੰਨ ਸਾਰਿਆਂ ਲਈ ਇੱਕੋ ਹੋਵੇਗਾ। ਤਾਂ ਇਹ ਕਾਨੂੰਨ ਦਾ ਸ਼ਾਸਨ। ਉਸ ਤੋਂ ਅੱਗੇ ਹੈਗਾ ਸ਼ਕਤੀਆਂ ਦਾ ਵਿਕੇਂਦਰੀਕਰਨ। ਮੀਨਸ ਮੈਂ ਤੁਹਾਨੂੰ ਦੱਸਿਆ ਹੈ ਜੋ ਸੁਪਰੀਮ ਕੋਰਟ ਹੈ ਸਭ ਤੋਂ ਉੱਚੀ ਹੈ, ਸਭ ਤੋਂ ਉੱਚ ਹੈ। ਜੋ ਇਹ ਆ ਗਿਆ, ਇਸ ਤੋਂ ਥੱਲੇ ਕੀ ਆ ਗਿਆ? ਹਾਈ ਕੋਰਟ ਆ ਗਿਆ ਤੇ ਉਸ ਤੋਂ ਥੱਲੇ ਕੀ ਆ ਗਿਆ? ਸਬਆਰਡੀਨੇਟ ਕੋਰਟਸ ਆ ਗਿਆ ਤੇ ਉਸ ਤੋਂ ਥੱਲੇ ਹੋਰ ਆ ਗਿਆ ਡਿਸਟ੍ਰਿਕਟ ਕੋਰਟਸ ਆ ਗਏ, ਕ੍ਰਿਮੀਨਲ ਕੋਰਟਸ ਆ ਗਏ। ਮੀਨਸ ਇਸ ਤਰ੍ਹਾਂ ਕੀ ਹੈ, ਸ਼ਕਤੀਆਂ ਵੰਡੀਆਂ ਗਈਆਂ ਹਨ ਕਿ ਜੇਕਰ ਸ਼ਕਤੀਆਂ ਹੋਰ ਮੈਂ ਤੁਹਾਨੂੰ ਸਮਝਾ ਦੇਵਾਂ ਤਾਂ ਕੀ ਹੈ, ਸੈਂਟਰ ਹੈ ਜੋ ਉਸਦੇ ਕੋਲ ਆਪਣੀ ਪਾਵਰ ਹੋਵੇਗੀ, ਜੋ ਸਟੇਟ ਹੈ ਉਸ ਕੋਲ ਆਪਣੀ ਪਾਵਰ ਹੋਵੇਗੀ ਅਤੇ ਜੋ ਵਿਲੇਜ ਹਨ, ਜੋ ਪਿੰਡ ਹਨ, ਉਹਨਾਂ ਦੇ ਵਿੱਚ ਸਰਪੰਚ ਹੋਵੇਗਾ, ਪੰਚਾਇਤ ਹੋਵੇਗੀ, ਮੀਨਸ ਉਹਨਾਂ ਕੋਲ ਆਪਣੀ ਪਾਵਰ ਹੋਵੇਗੀ। ਤਾਂ ਇਹ ਕੀ ਹੈ? ਸ਼ਕਤੀਆਂ ਦਾ ਵਿਕੇਂਦਰੀਕਰਨ। ਇਹ ਵੀ ਇੱਕ ਲੋਕਤੰਤਰ ਹੈ। ਤਾਂ ਦੇਖੋ ਮੈਂ ਕਿੰਨੀਆਂ ਚੀਜ਼ਾਂ ਦੱਸ ਦਿੱਤੀਆਂ ਲੋਕਤੰਤਰ ਦੇ ਬਾਰੇ। ਲੋਕਤੰਤਰ ਦੇ ਵਿੱਚ ਇਹ ਸਭ ਕੁਝ ਆਉਂਦਾ ਹੈ। ਤਾਂ ਇਹ ਸਾਰਾ ਕੀ ਸੀ? ਲੋਕਤੰਤਰ ਹੀ ਸੀ, ਜੋ ਕਿ ਇਹਨਾਂ ਕੋਲ ਤੁਹਾਨੂੰ ਮੈਂ ਦੱਸ ਦਿੱਤਾ ਫਰਾਂਸੀਸੀ ਵਾਲਾ, ਫਰਾਂਸ ਵੀ ਯਾਦ ਰੱਖਣਾ। ਤਾਂ ਇਸ ਤੋਂ ਅੱਗੇ ਹੈ ਲੋਕਤੰਤਰ ਦੀਆਂ ਕਿਸਮਾਂ। ਦੋਸਤੋ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਲੋਕਤੰਤਰ ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਕੁਐਸਚਨ ਬਣਦਾ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਕਹਿ ਦੋ ਕਿ ਇਹ ਹੈ ਜੋ ਇਹ ਵਰਲਡ ਦਾ ਆ ਗਿਆ ਵੀ ਹੋਰ ਕੰਟਰੀ ਹੈ। ਨਹੀਂ, ਅਸੀਂ ਯਾਦ ਕਰਨਾ ਹੈ ਕਿਉਂਕਿ ਜੇਕਰ ਲੋ ਲੈਵਲ ਤੋਂ ਹਾਈ ਲੈਵਲ ਵੱਲ ਤਿਆਰੀ ਕਰਾਂਗੇ ਤਾਂ ਅਸੀਂ ਲੋ ਲੈਵਲ ਵਾਲਾ ਵੀ ਕਰ ਦੇਵਾਂਗੇ ਕਰੈਕ, ਹਾਈ ਲੈਵਲ ਵਾਲਾ ਵੀ ਕਰੈਕ ਕਰ ਦੇਵਾਂਗੇ। ਮੇਰਾ ਵੀ ਪਿੱਛੇ ਨਹੀਂ ਰਹਿਣਾ। ਤਾਂ ਲੋਕਤੰਤਰ ਦੀਆਂ ਕਿਸਮਾਂ ਹਨ। ਪ੍ਰਤੱਖ ਲੋਕਤੰਤਰ ਹੈ, ਮੀਨਸ 4 ਤਰ੍ਹਾਂ ਦੇ ਜੋ ਲੋਕਤੰਤਰ ਹੁੰਦੇ ਹਨ। ਲੋਕਤੰਤਰ ਦੀਆਂ ਕਿਸਮਾਂ 4 ਤਰ੍ਹਾਂ ਦੀਆਂ ਹੁੰਦੀਆਂ ਹਨ। 4 ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਹਨ। ਪਹਿਲਾ ਹੈ ਪ੍ਰਤੱਖ ਲੋਕਤੰਤਰ, ਮੀਨਸ ਪੁਰਾਣਾ ਅਤੇ ਅਸਲੀ ਰੂਪ। ਸਭ ਤੋਂ ਪਹਿਲਾ ਜੋ ਲੋਕਤੰਤਰ ਬਣਿਆ ਹੈ ਸਾਡੇ ਵਰਲਡ ਦੇ ਵਿੱਚ ਉਹ ਹੈ ਪ੍ਰਤੱਖ, ਮੀਨਸ ਪੁਰਾਣਾ ਲੋਕਤੰਤਰ ਅਤੇ ਅਸਲੀ ਰੂਪ ਇਹੀ ਹੈ। ਇਸ ਦਾ ਮੂਲ ਰੂਪ ਪ੍ਰਤੱਖ ਹੀ ਹੈ। ਉਦੋਂ ਕੀ ਹੁੰਦਾ ਸੀ? ਪੁਰਾਤਨ ਯੂਨਾਨੀ ਲੋਕ ਹੁੰਦੇ ਸਨ। ਕਿਉਂਕਿ ਲੋਕਤੰਤਰ ਹੈ ਜੋ ਡੈਮੋਕ੍ਰੇਸੀ ਹੈ ਇਹ ਵਰਡ ਹੀ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ। ਇਸ ਕਰਕੇ ਕੀ ਹੈ ਕਿ ਪੁਰਾਤਨ ਯੂਨਾਨੀ ਹੁੰਦੇ ਸਨ, ਜੋ ਪੁਰਾਣੇ ਲੋਕ ਯੂਨਾਨੀ ਲੋਕ ਹੁੰਦੇ ਸਨ, ਉਦੋਂ ਕੀ ਹੁੰਦੇ ਸਨ? ਨਗਰ ਰਾਜ ਨਗਰ ਹੁੰਦੇ ਸਨ। ਉਹਨਾਂ ਨੂੰ ਨਗਰ ਰਾਜਾਂ ਦਾ ਨਾਮ ਦਿੱਤਾ ਜਾਂਦਾ ਸੀ ਅਤੇ ਲੋਕ ਕੀ ਸੀ? ਇਕੱਠੇ ਹੋ ਜਾਂਦੇ ਸਨ। ਕੋਈ ਵੀ ਰਾਏ ਹੁੰਦੀ ਸੀ ਜਾਂ ਕੋਈ ਮੁੱਦਾ ਹੁੰਦਾ ਸੀ ਤਾਂ ਇਕੱਠੇ ਹੋ ਜਾਂਦੇ ਸਨ ਇੱਕ ਜਗ੍ਹਾ ਤੇ ਉੱਥੇ ਹੀ ਕੀ ਹੈ, ਉਸ ਨੂੰ ਕੀ ਹੈ? ਪ੍ਰਤੱਖ ਲੋਕਤੰਤਰ ਕਿਹਾ ਜਾਂਦਾ ਹੈ। ਵੀ ਲੋਕਾਂ ਦੀ ਰਾਏ ਨੂੰ ਕੀ ਹੈ? ਲੋਕਤੰਤਰ ਕਿਹਾ ਜਾਂਦਾ ਅਤੇ ਲੋਕ ਕੀ ਆ? ਆਪਣਾ ਨੁਮਾਇੰਦਾ ਆਪ ਖੁਦ ਚੁਣ ਕੇ
ਵੀ ਅਸੀਂ ਇਸ ਨੂੰ ਚੁਣਾਂਗੇ। ਇਹ ਨਹੀਂ ਹੈ ਕਿ ਕੋਈ ਟਿਕਟ ਲੈ ਕੇ ਆ ਗਿਆ ਵੀ ਮੈਨੂੰ ਵੋਟਾਂ ਪਾਓ, ਸਗੋਂ ਲੋਕ ਉਸ ਨੂੰ ਕਹਿਣਗੇ ਵੀ ਤੂੰ ਇੱਥੇ ਆ ਜਾ, ਅਸੀਂ ਤੈਨੂੰ ਵੋਟ ਪਾਵਾਂਗੇ ਤਾਂ ਇਹ ਕੰਮ ਕਰਨੇ ਹਨ। ਉਹ ਆਪ ਖੁਦ ਕਹਿੰਦੇ ਸਨ। ਤਾਂ ਨਗਰ ਰਾਜ ਪ੍ਰਤੱਖ ਲੋਕਤੰਤਰ, ਬਟ ਹੁਣ ਕੀ ਹੋਇਆ, ਸਾਡੇ ਕੀ ਹੈ, ਜੋ ਹੈ ਸਾਡੇ ਰਾਸ਼ਟਰੀ ਰਾਜ ਬਣ ਗਏ। ਜੋ ਰਾਸ਼ਟਰੀ ਰਾਜ ਹਨ ਉਹ ਕਿੱਥੋਂ ਬਣੇ, ਨਗਰ ਰਾਜਾਂ ਤੋਂ, ਕਿਉਂਕਿ ਨਗਰ ਰਾਜ ਸੀ ਉਹ ਪਹਿਲਾਂ ਛੋਟੇ ਹੁੰਦੇ ਸਨ ਬਟ ਹੁਣ ਬਹੁਤ ਵੱਡਾ, ਹੁਣ ਸਾਰੇ ਦੇਸ਼ ਬਣ ਗਏ ਹਨ। ਤਾਂ ਹੁਣ ਕੀ ਹੈ, ਰਾਸ਼ਟਰੀ ਰਾਜ ਕਹਿਣ ਲੱਗੇ, ਮੀਨਸ ਇਸ ਦੀਆਂ ਟਾਈਪਸ ਵੱਧ ਗਈਆਂ। ਪਹਿਲਾਂ ਪ੍ਰਤੱਖ ਲੋਕਤੰਤਰ ਸੀ ਤੇ ਹੁਣ ਕੀ ਹੈ, ਵੱਧ ਗਈਆਂ। ਤਾਂ ਆਪਾਂ ਇੱਥੇ ਦੇਖਦੇ ਹਾਂ ਪੁਰਾਤਨ ਜ਼ਮਾਨੇ ਵੇਲੇ ਨਗਰ ਰਾਜਾਂ ਦੇ ਵਿੱਚ ਪ੍ਰਤੱਖ ਲੋਕਤੰਤਰ ਸੀ ਤੇ ਇਸ ਦੇ ਵਿੱਚ ਪ੍ਰਤੱਖ ਲੋਕਤੰਤਰ ਵੀ ਪ੍ਰਤੱਖ ਰੂਪ ਵਿੱਚ ਕੀ ਹੈ, ਵੋਟ ਪਾਈ ਜਾਂਦੀ ਸੀ, ਇਕੱਠਾ ਕੀਤਾ ਜਾਂਦਾ, ਲੋਕ ਇਕੱਠੇ ਹੋ ਜਾਂਦੇ ਸਨ ਤਾਂ ਆਪਣੇ ਮੁੱਦੇ ਤੇ ਕੁਝ ਨਾ ਕੁਝ ਉਹ ਨਿਰਣਾ ਲੈ ਲੈਂਦੇ ਸਨ। ਇਹਨਾਂ ਦੇ ਵਿੱਚ ਵੋਟ ਕੌਣ ਨਹੀਂ ਪਾ ਸਕਦਾ ਸੀ, ਤਾਂ ਉਹ ਇੱਕ ਸੀ ਗੁਲਾਮ, ਜੋ ਕਿ ਕ੍ਰਿਮੀਨਲ ਸਨ, ਇਸਤਰੀਆਂ ਸਨ, ਲੇਡੀਜ਼ ਸਨ ਅਤੇ ਵਿਦੇਸ਼ੀਆਂ ਮੀਨਸ ਫੋਰੀਜਨ, ਜੋ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਵੀ ਸਿਟੀਜ਼ਨਸ਼ਿਪ ਨਹੀਂ ਮਿਲੀ ਸੀ, ਉਹ ਸਨ ਮੀਨਸ ਵਿਦੇਸ਼ੀਆਂ ਨੂੰ, ਇਸਤਰੀਆਂ ਨੂੰ, ਗੁਲਾਮ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਮੀਨਸ ਪ੍ਰਤੱਖ ਲੋਕਤੰਤਰ ਦੇ ਵਿੱਚ ਕੋਈ ਵੀ ਨਿਰਣਾ ਨਹੀਂ ਲੈ ਸਕਦੇ ਸਨ। ਇਹ ਤਿੰਨੇ ਇਹ ਬਹੁਤ ਇੰਪੋਰਟੈਂਟ ਹੈ, ਤਾਂ ਇਹਨਾਂ ਨੂੰ ਯਾਦ ਰੱਖਣਾ। ਅਤੇ ਸਭ ਤੋਂ ਪਹਿਲਾਂ ਵੋਟ ਦਾ ਅਧਿਕਾਰ ਇਸਤਰੀਆਂ ਨੂੰ ਦਿੱਤਾ ਗਿਆ, ਉਹ ਕਿਹੜੇ ਦੇਸ਼ 'ਚ ਦਿੱਤਾ ਗਿਆ, ਨਿਊਜ਼ੀਲੈਂਡ 'ਚ ਦਿੱਤਾ ਗਿਆ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਕੁਐਸਚਨ ਇਸੇ ਤਰ੍ਹਾਂ ਹੀ ਬਣ ਕੇ ਆਉਂਦੇ ਹਨ, ਜੋ ਮੈਂ ਤੁਹਾਨੂੰ ਇਹ ਦੱਸਿਆ ਇਹ ਕੁਐਸਚਨ ਆਇਆ ਹੋਇਆ ਹੈ ਅਤੇ ਉਹ ਇੱਥੋਂ ਹੀ ਬਣਿਆ ਹੈ। ਅੱਗੇ ਹੈ ਸਵਿਟਜ਼ਰਲੈਂਡ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜੋ ਪ੍ਰਤੱਖ ਲੋਕਤੰਤਰ ਹੈ, ਜੋ ਡਾਇਰੈਕਟ ਡੈਮੋਕ੍ਰੇਸੀ ਹੈ, ਬਹੁਤ ਵਾਰ ਪੇਪਰਾਂ 'ਚ ਆਇਆ ਹੈ ਡਾਇਰੈਕਟ ਡੈਮੋਕ੍ਰੇਸੀ ਡਾਇਰੈਕਟ ਡੈਮੋਕ੍ਰੇਸੀ ਕਿੱਥੇ ਹੈ, ਤਾਂ ਉਹ ਹੈ ਸਵਿਟਜ਼ਰਲੈਂਡ ਜਾਂ ਸਵਿਟਜ਼ਰਲੈਂਡ ਦੇ ਵਿੱਚ ਹੈ। ਤੇ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, 5 ਟਾਈਪ ਦੀ ਹੈ। ਪਹਿਲਾ ਹੈ ਪ੍ਰਾਇਮਰੀ ਅਸੈਂਬਲੀਜ਼। ਪ੍ਰਾਇਮਰੀ ਅਸੈਂਬਲੀਜ਼ ਮੀਨ ਸਭ ਤੋਂ ਉੱਚੀ ਸ਼ਕਤੀ ਇਹ ਹੈ, ਸਰਵਉੱਚ ਸ਼ਕਤੀ ਹੈ। ਮੀਨ ਇਸ ਵਿੱਚ ਕੀ ਹਨ, ਲੋਕ ਇਕੱਠੇ ਹੁੰਦੇ ਹਨ ਆਪਣੀ ਰਾਏ ਲੈ ਕੇ, ਜਿਵੇਂ ਆਪਣੇ ਕੋਈ ਮੁੱਦਾ ਹੁੰਦਾ ਹੈ ਤਾਂ ਲੋਕ ਮਾੜੇ ਜਿਹੇ ਨਾਲ ਇਕੱਠੇ ਹੋ ਜਾਂਦੇ ਹਨ। ਤਾਂ ਇਸੇ ਤਰ੍ਹਾਂ ਸਵਿਟਜ਼ਰਲੈਂਡ ਦੇ ਵਿੱਚ ਹੈ, ਇਹ ਲੋਕ ਕੀ ਹਨ, ਆਪਣੀ ਰਾਏ ਲੈ ਕੇ ਆਉਂਦੇ ਹਨ ਤੇ ਸਾਰੇ ਉਸ ਰਾਏ ਤੇ ਕੀ ਹਨ, ਇਕੱਠੇ ਹੋ ਕੇ ਸਲਾਹ ਕਰਦੇ ਹਨ। ਤਾਂ ਪ੍ਰਾਇਮਰੀ ਅਸੈਂਬਲੀ ਦੇ ਵਿੱਚ ਕੀ ਹੈ, ਲੋਕ ਇਕੱਠੇ ਹੁੰਦੇ ਹਨ। ਅੱਗੇ ਹੈ ਰੈਫਰੈਂਡਮ, ਇਹ ਦੂਜੀ ਟਾਈਪ ਹੈ ਪ੍ਰਤੱਖ ਲੋਕਤੰਤਰ ਦੀ ਸਵਿਟਜ਼ਰਲੈਂਡ ਦੇ ਵਿੱਚ। ਪਹਿਲਾ ਪ੍ਰਾਇਮਰੀ ਅਸੈਂਬਲੀ, ਦੂਜਾ ਹੈ ਰੈਫਰੈਂਡਮ। ਰੈਫਰੈਂਡਮ ਤੋਂ ਤੁਹਾਨੂੰ ਮੈਂ ਯਾਦ ਕਰਾ ਦੇਵਾਂ, ਜਿਵੇਂ ਕਿ ਰੈਫਰੈਂਡਮ 2020 ਆਇਆ ਸੀ ਖਾਲਿਸਤਾਨ ਦਾ, ਜਿਵੇਂ ਕਿ ਸਾਰੇ ਦੇਸ਼ਾਂ ਤੋਂ ਕੀ ਹੈ, ਰਾਏ ਮੰਗੀ ਗਈ ਸੀ। ਤਾਂ ਅਸੀਂ ਭੁੱਲਣਾ ਨਹੀਂ ਹੈ, ਰੈਫਰੈਂਡਮ ਉਹੀ ਹੈ। ਇਸ ਦਾ ਮਤਲਬ ਕੀ ਹੈ, ਜਨ ਮਤ ਸੰਗ੍ਰਹਿ, ਪੰਜਾਬੀ 'ਚ ਜਨ ਮਤ ਸੰਗ੍ਰਹਿ ਹੈ। ਜਨ ਦਾ ਮੀਨਸ ਕੀ ਹੈ, ਲੋਕ ਹੀ ਹੁੰਦੇ ਹਨ, ਤਾਂ ਰੈਫਰੈਂਡਮ ਕੀ ਹੈ, ਜਨ ਮਤ ਸੰਗ੍ਰਹਿ ਹੈ। ਰੈਫਰੈਂਡਮ ਦੇ ਵਿੱਚ ਕੀ ਹੁੰਦਾ ਹੈ, ਸਵਿਟਜ਼ਰਲੈਂਡ ਦੇ ਵਿੱਚ ਜੇਕਰ ਕੋਈ ਵਿਧਾਨ ਮੰਡਲ ਜਾਂ ਵਿਧਾਨ ਸਭਾ ਦੁਆਰਾ ਕੋਈ ਸੰਵਿਧਾਨਕ ਸੋਧ ਹੁੰਦੀ ਹੈ ਤਾਂ ਉਹ ਉਹਨਾਂ ਚਿਰ ਲਾਗੂ ਨਹੀਂ ਕਰ ਸਕਦੇ ਜਿੰਨਾ ਚਿਰ ਕੀ ਹੈ, ਲੋਕਾਂ ਦੀ ਸੈਂਕਸ਼ਨ ਨਾ ਹੋਵੇ, ਲੋਕਾਂ ਦੁਆਰਾ ਉਸ ਨੂੰ ਮਨਜ਼ੂਰ ਨਾ ਕੀਤਾ ਜਾਵੇ। ਤਾਂ ਰੈਫਰੈਂਡਮ ਹੁੰਦਾ ਹੈ, ਵੀ ਲੋਕਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਇਸ ਨੂੰ ਮਨਜ਼ੂਰ ਕਰਾਉਣ ਦੇ ਲਈ ਵੀ ਅਸੀਂ ਇਹ ਬਣਾ ਸਕਦੇ ਹਾਂ ਕਿ ਨਹੀਂ। ਵੀ ਲੋਕਤੰਤਰ ਉੱਤੇ ਹੈ, ਡਾਇਰੈਕਟ ਡੈਮੋਕ੍ਰੇਸੀ ਹੈ, ਵੀ ਡਾਇਰੈਕਟ ਲੋਕਾਂ ਤੋਂ ਪੁੱਛਿਆ ਜਾਂਦਾ ਹੈ। ਤੀਜਾ ਹੈ ਇਨੀਸ਼ੀਏਟਿਵ, ਮੀਨਸ ਪਹਿਲ। ਪਹਿਲ ਮੀਨਸ ਕੀ ਹੈ, ਲੋਕਤੰਤਰ ਵਿੱਚ ਲੋਕ ਰਾਏ ਲਈ ਜਾਂਦੀ ਹੈ। ਸਭ ਤੋਂ ਪਹਿਲਾਂ ਕੀ ਹੈ, ਲੋਕਾਂ ਤੋਂ ਹੀ ਪੁੱਛਿਆ ਜਾਂਦਾ ਹੈ। ਕੋਈ ਕਾਨੂੰਨ ਬਣਾਉਣਾ, ਕੋਈ ਸੰਵਿਧਾਨਕ ਸੋਧ ਕਰਨੀ, ਤਾਂ ਉਸ ਵਿੱਚ ਸਭ ਤੋਂ ਪਹਿਲ ਕਿਸ ਨੂੰ ਦਿੱਤੀ ਜਾਂਦੀ ਹੈ, ਲੋਕਾਂ ਨੂੰ ਦਿੱਤੀ ਜਾਂਦੀ ਹੈ। ਅਤੇ ਮੈਂ ਦੱਸ ਦੇਵਾਂ ਕਿ ਇਸ ਦੇ ਵਿੱਚ ਪਹਿਲ ਦੇ ਆਧਾਰ ਤੇ ਜਦ 1 ਲੱਖ ਮੀਨਸ 1 ਲੱਖ ਲੋਕ ਹਨ, ਜਦ ਉਸ ਤੇ ਉਹਨਾਂ ਦਾ ਕੁਝ ਹੋ ਜਾਵੇ, ਡਿਸਕ੍ਰਿਮੀਨੇਸ਼ਨ ਹੋ ਜਾਵੇ, ਭੇਦਭਾਵ ਹੋ ਜਾਵੇ, ਤਾਂ ਕੀ ਹਨ, 1 ਲੱਖ ਲੋਕ ਜਦ ਜਾ ਕੇ ਉੱਥੇ ਜਾਂਦੇ ਹਨ ਤਾਂ ਉਹਨਾਂ ਨੂੰ ਲੱਗਦਾ ਕਿ 1 ਲੱਖ ਲੋਕਾਂ ਨੇ ਇਸ ਤਰ੍ਹਾਂ ਕਹਿ ਦਿੱਤਾ, ਤਾਂ ਉਹਨਾਂ ਦਾ ਕੀ ਹੈ, ਰੈਫਰੈਂਡਮ ਹੁੰਦਾ ਹੈ, ਜਨਮਤ ਸੰਗ੍ਰਹਿ ਹੁੰਦਾ ਹੈ। ਤਾਂ ਫਿਰ ਮਨਜ਼ੂਰੀ ਉਹਨਾਂ ਦੁਆਰਾ ਪਾਸ ਹੋ ਕੇ ਹੀ ਬਿੱਲ ਨੂੰ ਪਾਸ ਕੀਤਾ ਜਾਂਦਾ ਹੈ। ਤਾਂ ਇਹ ਹੈ ਜਨਮਤ ਸੰਗ੍ਰਹਿ, ਇਹ ਹੈ ਇਨੀਸ਼ੀਏਟਿਵ। ਉਸ ਤੋਂ ਅੱਗੇ ਹੈ ਪਲੇਬਿਸਾਈਟ, ਇਹ ਨਾਮ ਯਾਦ ਰੱਖਣੇ ਹਨ ਈਡੀਟੀ ਵਾਲਿਓ ਤੁਸੀਂ।
ਇਹਨਾਂ ਨੂੰ ਯਾਦ ਕਰਨਾ ਹੈ। ਇਹ ਲੋਕਤੰਤਰ ਦੇ ਵਿੱਚ ਹੀ ਆਉਂਦੇ ਹਨ, ਇਹ ਨਾ ਕਿਉਂਕਿ ਇਹ ਵਰਡ ਦੇ ਵਿੱਚ ਹੈ, ਇਹ ਆਪਣੇ ਵਿੱਚ ਵੀ ਆਉਂਦੇ ਹਨ ਕਿਉਂਕਿ ਲੋਕਤੰਤਰ ਦੀ ਗੱਲ ਚੱਲ ਰਹੀ ਹੈ। ਤਾਂ ਪਲੇਬੀਸਾਈਟ ਹੈ ਜੋ ਲੋਕ ਮਤ ਸੰਗ੍ਰਹਿ ਤੇ ਜਨਮਤ ਸੰਗ੍ਰਹਿ। ਠੀਕ ਹੈ ਜੀ। ਪਲੇਬੀਸਾਈਟ ਦੇ ਵਿੱਚ ਕੀ ਹੁੰਦਾ ਹੈ, ਜਦ ਲੋਕ ਸਾਰੇ ਆਪਣੀ ਰਾਏ ਲੈ ਕੇ ਆਉਂਦੇ ਹਨ ਤਾਂ ਉਹਨਾਂ ਦੇ ਵਿੱਚੋਂ ਦੇਖੋ, ਜਦੋਂ ਇੱਕ ਕੋਈ ਵੀ ਮੁੱਦਾ ਹੈ ਤਾਂ ਉਸ ਮੁੱਦੇ ਤੇ ਕੁਝ ਲੋਕ ਕੀ ਹੈ, ਪ੍ਰਵਾਨਗੀ ਦੇ ਦੇਣਗੇ ਵੀ ਇਹ ਸਹੀ ਹੈ, ਤੇ ਕੁਝ ਲੋਕ ਕੀ ਹੈ, ਗੈਰ ਪ੍ਰਵਾਨਗੀ ਦੇਣਗੇ, ਮੀਨਸ ਪ੍ਰਵਾਨਗੀ ਨਹੀਂ ਦੇਣਗੇ। ਤਾਂ ਉੱਥੇ ਕੀ ਹੁੰਦਾ ਹੈ, ਪਲੇਬੀਸਾਈਟ ਹੁੰਦਾ ਹੈ, ਮੀਨਸ ਲੋਕ ਮਤ ਸੰਗ੍ਰਹਿ ਹੁੰਦਾ ਹੈ। ਵੀ ਦੇਖੋ, ਜਨ ਮਤ ਸੰਗ੍ਰਹਿ ਤੇ ਲੋਕ ਮਤ ਸੰਗ੍ਰਹਿ ਦੋ ਨਾਮ ਆਏ ਹਨ। ਕਈ ਸੋਚ ਲੈਂਦੇ ਹਨ ਕਿ ਜਨ ਮਤ ਸੰਗ੍ਰਹਿ ਤੇ ਲੋਕ ਮਤ ਸੰਗ੍ਰਹਿ ਨਾਮ ਤਾਂ ਇੱਕੋ ਹੀ ਹੈ, ਜਨ ਨੂੰ ਵੀ ਅਸੀਂ ਲੋਕ ਹੀ ਕਹਿੰਦੇ ਹਾਂ ਤੇ ਲੋਕ ਸੰਗ੍ਰਹਿ ਇਹ ਦੋਨੇ ਇੱਕੋ ਵਰਡ ਹੀ ਹਨ। ਤਾਂ ਰੈਫਰੈਂਡਮ ਹੈ, ਇਹ ਪਲੇਬੀਸਾਈਟ ਹੈ, ਸਾਰੇ ਇੱਥੇ ਕਨਫਿਊਜ਼ ਹੋਏ ਹਨ। ਕਨਫਿਊਜ਼ ਨਹੀਂ ਹੋਣਾ ਦੋਸਤੋ। ਦੇਖੋ ਇੱਥੇ ਕੀ ਸੀ, ਲੋਕਾਂ ਦੀ ਮਨਜ਼ੂਰੀ ਲਈ ਜਾਂਦੀ ਸੀ, ਇੱਥੇ ਕੀ ਹੈ, ਲੋਕਾਂ ਦੀ ਮਨਜ਼ੂਰੀ ਉੱਥੇ ਲਈ ਜਾਂਦੀ, ਇੱਥੇ ਦੋ ਫਾੜ ਹੋ ਜਾਂਦੇ ਸਨ, ਕੁਝ ਹਾਂ ਪੱਖੀ ਹੁੰਦੇ ਸਨ, ਕੁਝ ਨਾ ਪੱਖੀ ਹੁੰਦੇ ਸਨ। ਤਾਂ ਉਦੋਂ ਕੀ ਹੈ, ਪਲੇਬੀਸਾਈਟ ਹੁੰਦੇ ਸਨ। ਮੀਨ ਪਲੇਬੀਸਾਈਟ ਦੇ ਵਿੱਚ ਕੀ ਹੈ, ਪ੍ਰਵਾਨਗੀ ਵੀ ਹੁੰਦੀ ਹੈ, ਗੈਰ ਪ੍ਰਵਾਨਗੀ ਵੀ ਹੁੰਦੀ ਹੈ, ਦੋਨੇ ਹੁੰਦੇ ਹਨ। ਅਤੇ ਜੇਕਰ ਇਹਨਾਂ ਦਾ ਤੁਹਾਨੂੰ ਮੈਂ ਡਿਫਰੈਂਸ ਦੱਸ ਦਵਾਂ, ਜਨਮਤ ਸੰਗ੍ਰਹਿ ਦੇ ਵਿੱਚ ਧਿਆਨ ਨਾਲ ਸੁਣਿਓ ਇਹ ਗੱਲ, ਜਨਮਤ ਸੰਗ੍ਰਹਿ ਦੇ ਵਿੱਚ ਕੀ ਹੁੰਦਾ ਹੈ, ਉਸ ਦੇ ਵਿੱਚ ਕੀ ਹੈ, ਕਾਨੂੰਨ ਬਣਾਇਆ ਜਾਂਦਾ ਹੈ, ਕੋਈ ਸੰਵਿਧਾਨਕ ਸੰਬੰਧੀ ਹੁੰਦਾ ਹੈ, ਸੰਵਿਧਾਨਕ ਸੋਧ ਹੁੰਦੀ ਹੈ, ਇਹ ਕਿਸੇ ਜੋ ਵੀ ਸੰਵਿਧਾਨਕ ਕੰਮ ਹੁੰਦੇ ਹਨ ਤਾਂ ਉਹਨਾਂ ਦੇ ਕੀ ਹੁੰਦਾ ਹੈ, ਜਨਮਤ ਸੰਗ੍ਰਹਿ ਹੁੰਦਾ ਹੈ। ਵੀ ਸਾਰੇ ਲੋਕਾਂ ਦੀ ਰਾਏ ਨੂੰ ਲਿਆ ਜਾਂਦਾ ਹੈ, ਸਾਰੇ ਲੋਕ ਜਦ ਆ ਜਾਣ ਤਾਂ ਉਹ ਕੀ ਹੈ, ਜਨਮਤ ਸੰਗ੍ਰਹਿ ਹੈ। ਜੇਕਰ ਲੋਕ ਮਤ ਸੰਗ੍ਰਹਿ ਦੀ ਗੱਲ ਕੀਤੀ ਜਾਵੇ ਤਾਂ ਫੋਰ ਐਗਜ਼ਾਮਪਲ ਜਿਵੇਂ ਕਿ ਪਾਕਿਸਤਾਨ ਹੈ, ਕਸ਼ਮੀਰ ਦੇ ਲੋਕਾਂ ਤੋਂ ਜਾ ਕੇ ਜੰਮੂ ਕਸ਼ਮੀਰ ਦਾ ਕੁਝ ਹਿੱਸਾ ਹੈ ਜੋ ਪਾਕਿਸਤਾਨ ਕੋਲ ਹੈ, ਤਾਂ ਉਹਨਾਂ ਦੇ ਲੋਕਾਂ ਕੋਲ ਗਿਆ ਤੇ ਉਸਨੇ ਕਿਹਾ ਕਿ ਆਪਾਂ ਇਸ ਤਰ੍ਹਾਂ ਕਰਕੇ ਕਿ ਤੁਹਾਡੇ ਇੱਥੇ ਕੋਈ ਚੀਜ਼ ਬਣਾ ਦੇਗੇ, ਮੀਨਸ ਰਾਜਨੀਤਿਕ ਕੋਈ ਭਾਸ਼ਣ ਹੋਵੇ ਜਾਂ ਰਾਜਨੀਤਿਕ ਕੰਮ ਕਰਨਾ ਹੋਵੇ ਤਾਂ ਉਹ ਸਾਰੇ ਪਾਕਿਸਤਾਨ ਤੋਂ ਰਾਏ ਨਹੀਂ ਮੰਗੇਗਾ, ਉਹ ਓਨਲੀ ਕਸ਼ਮੀਰ ਦੇ ਲੋਕਾਂ ਤੋਂ ਰਾਏ ਮੰਗੇਗਾ। ਮੀਨਸ ਜਦ ਰਾਜਨੀਤਿਕ ਦੀ ਗੱਲ ਆਵੇ ਤਾਂ ਕੀ ਹੈ, ਉਸਨੂੰ ਪਲੇਬੀਸਾਈਟ ਕਹਿੰਦੇ ਹਨ। ਜਦ ਕੀ ਹੈ, ਕੋਈ ਕਾਨੂੰਨ ਦੀ ਸੰਵਿਧਾਨਕ ਸੋਧ ਦੀ ਗੱਲ ਆਵੇ ਤਾਂ ਉੱਥੇ ਕੀ ਹੈ, ਸਾਰੇ ਜਨ ਮੀਨਸ ਸਾਰੇ ਲੋਕ, ਇੱਥੇ ਲੋਕ ਮਤ ਦਾ ਮੀਨਸ ਕੀ ਹੈ, ਕੁਝ ਕੁ ਲੋਕ ਵੀ, ਜੰਮੂ ਕਸ਼ਮੀਰ ਥੋੜਾ ਜਿਹਾ ਹਿੱਸਾ ਹੈ ਉਸ ਵਿੱਚ ਕੁਝ ਕੁ ਲੋਕ ਹਨ, ਬਾਕੀ ਸਾਰੇ ਪਾਕਿਸਤਾਨ ਦੇ ਹਨ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਜੇਕਰ ਨਾ ਹੋਇਆ ਤਾਂ ਜੋ ਮੈਂ ਸਪੀਚ ਦਿੱਤੀ ਹੈ ਤਾਂ ਤੁਸੀਂ ਉਸ ਨੂੰ ਦੁਬਾਰਾ ਬੈਕ ਕਰਕੇ ਸੁਣ ਲੈਣਾ, ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇਗਾ। ਕਿਸੇ ਵੀ ਬੁੱਕ ਨੂੰ ਖੋਲਣ ਦਾ ਕੋਈ ਫਾਇਦਾ ਨਹੀਂ ਹੈ, ਤੁਸੀਂ ਬਸ ਮੇਰਾ ਲੈਕਚਰ ਸੁਣਦੇ ਜਾਓ ਅਤੇ ਬਹੁਤ ਹੀ ਜ਼ਿਆਦਾ ਵਧੀਆ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝਾ ਰਿਹਾ ਹਾਂ। ਹੁਣ ਦੇਖੋ, ਇਹ ਲੋਕ ਮਤ ਸੰਗ੍ਰਹਿ ਤੋਂ ਬਾਅਦ ਆ ਗਿਆ ਰੀਕਾਲ। ਇਹ ਸਾਰੀਆਂ ਜਿੰਨੀਆਂ ਟਾਈਪਸ ਹਨ ਇਹ ਮਾਸਟਰ ਦੇ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਮਾਸਟਰ ਜੋ ਕਿ SST ਦਾ ਦੇਣਾ ਚਾਹੁੰਦਾ ਹੈ, ਉਸ ਦੇ ਵਿੱਚ ਪੋਲੀਟੀਕਲ ਸਾਇੰਸ ਤੇ ਹਿਸਟਰੀ ਹੈ। ਸਟੋਨ ਏਜ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ ਤੇ ਪੋਲੀਟੀਕਲ ਦਾ ਮੈਂ ਪਹਿਲਾਂ ਹੀ ਲੋਕਤੰਤਰ ਲਿਆ ਹੈ ਕਿਉਂਕਿ ਇਹ ETT ਵਾਲਿਆਂ ਦੇ ਵੀ ਲਈ ਇੰਪੋਰਟੈਂਟ ਹੈ ਤੇ ਮਾਸਟਰ ਦਾ ਅਤੇ ਅਦਰ ਕੰਪੀਟੀਟਿਵ ਐਗਜ਼ਾਮ ਦੇ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਰੀਕਾਲ ਦੀ ਗੱਲ ਕਰੀਏ ਤਾਂ ਵਾਪਸ ਬੁਲਾਉਣਾ, ਮੀਨਸ ਵਾਪਸ ਕੀ ਹੈ, ਜੇਕਰ ਰੀਕਾਲ ਦੀ ਗੱਲ ਕਰੀਏ ਤਾਂ ਵਾਪਸ ਬੁਲਾਉਣ ਤੋਂ ਤੁਸੀਂ ਆਪੇ ਹੀ ਸਮਝ ਜਾਂਦੇ ਹੋ ਕਿ ਜੇਕਰ ਕਿਸੇ ਨੂੰ ਪ੍ਰਤੀਨਿਧ ਚੁਣਿਆ ਹੈ ਲੋਕਾਂ ਨੇ ਤਾਂ ਉਸ ਦੇ ਵਿੱਚ ਕੀ ਹੈ ਕਿ ਜੋ ਲੋਕਾਂ ਜਿਸ ਨੂੰ ਪ੍ਰਤੀਨਿਧ ਚੁਣਿਆ ਹੈ ਉਹ ਕੰਮ ਨਹੀਂ ਕਰ ਰਿਹਾ, ਇਹਨਾਂ ਦਾ ਵਾਪਸ ਬੁਲਾਉਣਾ ਮੀਨਸ ਰੀਕਾਲ ਦੇ ਵਿੱਚ ਰਾਈਟ ਟੂ ਰੀਕਾਲ ਹੈ, ਉਹਨਾਂ ਕੋਲ ਅਧਿਕਾਰ ਹੈ। ਮੀਨਸ ਇਹ ਕੰਮ ਨਹੀਂ ਕਰ ਰਿਹਾ ਜੋ ਅਸੀਂ ਕਰਦੇ ਹਾਂ, ਇਸ ਨੂੰ ਚੁਣਿਆ ਸੀ, ਇਹ ਕੰਮ ਨਹੀਂ ਕਰ ਰਿਹਾ ਤਾਂ ਉਸ ਨੂੰ ਥੱਲੇ ਲਾ ਲੈਂਦੇ ਹਨ, ਸੀਟ ਤੋਂ ਕੁਰਸੀ ਤੋਂ ਥੱਲੇ ਲਾ ਲੈਂਦੇ ਹਨ, ਮੀਨਸ ਉਸ ਦੀ ਪ੍ਰਤੀਨਿਧਤਾ ਖਤਮ ਹੋ ਜਾਂਦੀ ਹੈ ਤਾਂ ਇਸ ਨੂੰ ਰੀਕਾਲ ਕਿਹਾ ਜਾਂਦਾ ਹੈ। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਵਿਟਜ਼ਰਲੈਂਡ ਦੇ ਵਿੱਚ 5 ਟਾਈਪ ਹਨ ਤੇ ਕਿਹੜੀਆਂ ਹਨ ਤੇ ਕਿਸ ਤਰ੍ਹਾਂ ਹਨ, ਤੁਸੀਂ ਦੁਬਾਰਾ ਸੁਣ ਲੈਣਾ। ਉਸ ਤੋਂ ਅੱਗੇ ਹੈ ਅਪ੍ਰਤੱਖ। ਅਪ੍ਰਤੱਖ ਹੈ ਇੱਕ, ਪਹਿਲੀ ਸੀ ਪ੍ਰਤੱਖ ਲੋਕਤੰਤਰ, ਦੂਜਾ ਹੈ ਅਪ੍ਰਤੱਖ ਲੋਕਤੰਤਰ। ਮੈਂ ਤੁਹਾਨੂੰ ਦੱਸਿਆ ਲੋਕਤੰਤਰ ਹੈ ਉਸਦੀਆਂ ਕਿਸਮਾਂ 4 ਹਨ। ਤਾਂ ਅਪ੍ਰਤੱਖ ਹੈ, ਅਪ੍ਰਤੱਖ ਜੋ ਕਿ ਸਾਡਾ ਭਾਰਤ ਦੇ ਵਿੱਚ ਵੀ ਚੱਲਦਾ ਹੈ।
ਤਾਂ ਅਪਰਤੱਖ ਦੇ ਵਿੱਚ ਕੀ ਹੁੰਦਾ ਹੈ, ਵੋਟ ਦਾ ਅਧਿਕਾਰ ਹੁੰਦਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਵੋਟ ਦੇ ਵਿੱਚ 21 ਸਾਲ ਉਮਰ ਸੀ, ਬਾਅਦ ਵਿੱਚ 18 ਸਾਲ ਹੋ ਗਈ, ਕਦੋਂ ਹੋਈ 61ਵੀਂ ਸੋਧ ਦੇ ਦੁਆਰਾ ਹੋਈ। ਪਹਿਲਾਂ ਸਾਡਾ ਇਲੈਕਸ਼ਨ ਕਮਿਸ਼ਨਰ ਇੱਕ ਸੀ ਅਤੇ ਬਾਅਦ ਵਿੱਚ ਤਿੰਨ ਹੋ ਗਏ। ਪਹਿਲਾਂ ਓਨਲੀ ਚੀਫ ਇਲੈਕਸ਼ਨ ਕਮਿਸ਼ਨਰ ਸੀ ਅਤੇ ਜਦ 21 ਸਾਲ ਤੋਂ 18 ਸਾਲ ਕੀਤੀ ਤਾਂ ਵਰਕਲੋਡ ਵੱਧ ਗਿਆ ਤਾਂ ਦੋ ਉਸਨੂੰ ਇਲੈਕਸ਼ਨ ਕਮਿਸ਼ਨਰ ਹੋਰ ਰੱਖਣੇ ਪੈ ਗਏ। ਤਾਂ ਦੋਸਤੋ ਇਹ ਕੀ ਸੀ, ਵੋਟ ਦਾ ਅਧਿਕਾਰ ਹੈ ਜੋ ਕਿ 18 ਸਾਲ ਤੋਂ 18 ਸਾਲ ਜਾਂ 18 ਸਾਲ ਤੋਂ ਵੱਧ ਵਾਲਾ ਹੀ ਇਸ ਵੋਟ ਦਾ ਯੂਜ਼ ਕਰ ਸਕਦਾ ਹੈ ਤੇ ਆਪਣੇ ਪ੍ਰਤੀਨਿਧ ਨੂੰ ਚੁਣ ਸਕਦਾ ਹੈ। ਕਿਉਂ ਚੁਣਦਾ ਹੈ? ਕਿਉਂਕਿ ਉਹ ਚਾਹੁੰਦਾ ਹੈ ਕਿ ਉਹ ਇਹ ਕੰਮ ਕਰੇ। ਤਾਂ ਅਪਰਤੱਖ ਜੋ ਕਿ ਭਾਰਤ ਦੇ ਵਿੱਚ ਐਟ ਪ੍ਰੈਜ਼ੈਂਟ ਚੱਲ ਰਹੀ ਹੈ, ਅਪਰਤੱਖ ਦੇ ਰੂਪ ਵਿੱਚ ਅਸੀਂ ਵੋਟਾਂ ਪਾਉਂਦੇ, ਸਿੱਧਾ ਪ੍ਰਤੀਨਿਧ ਨੂੰ ਨਹੀਂ ਚੁਣਦੇ, ਅਸੀਂ ਵੋਟ ਦੇ ਅਧਿਕਾਰ ਦੁਆਰਾ ਪ੍ਰਤੀਨਿਧ ਚੁਣਦੇ ਹਾਂ। ਤਾਂ ਕੀ ਹੁੰਦਾ ਹੈ ਕਿ ਅਪਰਤੱਖ ਰੂਪ ਦੇ ਵਿੱਚ ਅਸੀਂ ਕੀ ਹੈ, ਵੋਟ ਪਾ ਕੇ ਪ੍ਰਤੀਨਿਧ ਨੂੰ ਚੁਣਦੇ ਹਾਂ, ਸਿੱਧਾ ਅਸੀਂ ਪ੍ਰਤੀਨਿਧ ਨਹੀਂ ਚੁਣ ਸਕਦੇ। ਤਾਂ ਤੀਜਾ ਹੈ ਸਾਮਵਾਦੀ। ਦੋਸਤੋ ਸਾਮਵਾਦੀ ਜਿਸਨੂੰ ਆਪਾਂ ਕਮਿਊਨਿਟਿਜ਼ਮ ਵੀ ਕਹਿ ਦਿੰਦੇ ਹਾਂ ਜਾਂ ਇਸੇ ਤਰ੍ਹਾਂ ਹੀ ਕੋਈ ਨਾਮ ਹੋਵੇਗਾ ਇਹਦਾ, ਵੀ ਕਮਿਊਨਿਟੀ ਦੇ ਨਾਲ ਸੰਬੰਧਿਤ ਹੈ ਸਾਮਵਾਦੀ। ਇਸ ਦੇ ਵਿੱਚ ਕੀ ਹੈ, ਆਰਥਿਕ ਸੁਰੱਖਿਆ ਅਤੇ ਸਮਾਨਤਾ ਤੇ ਜ਼ੋਰ ਦਿੱਤਾ ਜਾਂਦਾ ਹੈ। ਹੁਣ ਦੇਖੋ, ਆਰਥਿਕ ਸਮੱਸਿਆ ਮੀਨਸ ਧਨ ਵਾਲੇ ਪਾਸੇ ਅਤੇ ਸਮਾਨਤਾ ਤੇ ਜ਼ੋਰ ਦਿੱਤਾ ਜਾਂਦਾ ਕਿ ਲੋਕ ਜੁੜੇ ਰਹਿਣ। ਆਰਥਿਕ ਮੀਨਸ ਉਹ ਕਹਿੰਦਾ ਹੈ ਕਿ ਜਿੰਨਾ ਕੰਮ ਕਰ ਲਓਗੇ ਉਨੇ ਤੁਹਾਨੂੰ ਪੈਸੇ ਮਿਲ ਜਾਣਗੇ, ਮੀਨਸ ਕੋਈ ਵਿਹਲਾ ਨਹੀਂ ਰਹਿ ਸਕਦਾ। ਤਾਂ ਇਹ ਹੋ ਗਿਆ ਆਰਥਿਕ। ਅਤੇ ਸਮਾਨਤਾ ਕੀ ਹੈ, ਸਾਰੇ ਲੋਕ ਇਕੱਠੇ ਰਹਿਣ ਤੇ ਇਕੱਠੇ ਹੋ ਕੇ ਕੰਮ ਕਰਨ। ਤਾਂ ਕੋਈ ਉੱਥੇ ਆਪਦਾ ਡਿਕਟੇਟਰਸ਼ਿਪ ਨਾ ਕਰੇ ਵੀ ਮੈਂ ਇਸ ਤਰ੍ਹਾਂ ਕਰਾਂਗਾ, ਮੈਂ ਆਪਦਾ ਪ੍ਰਾਈਵੇਟ ਕੰਮ ਕਰਾਂਗਾ, ਕੁਝ ਨਹੀਂ ਕਰ ਸਕਦਾ ਉਹ। ਤਾਂ ਆਰਥਿਕ ਸੁਰੱਖਿਆ ਅਤੇ ਸਮਾਨਤਾ ਤੇ ਜ਼ੋਰ ਦਿੱਤਾ ਜਾਂਦਾ ਹੈ। ਕਿੱਥੇ? ਸਾਮਵਾਦੀ ਵਿੱਚ। ਕੰਮ ਬਦਲੇ ਮਜ਼ਦੂਰੀ ਮਿਲਦੀ ਹੈ ਉਸਨੂੰ। ਇਸ ਵਿੱਚ ਕੀ ਹੈ, ਰਾਜਨੀਤਿਕ ਸੁਤੰਤਰਤਾ ਬਿਲਕੁਲ ਖਤਮ ਹੈ। ਰਾਜਨੀਤਿਕ ਸੁਤੰਤਰਤਾ ਨਹੀਂ ਹੈ, ਮੀਨਸ ਕਿਸੇ ਨੂੰ ਉੱਥੇ ਵੋਟਾਂ ਦੇ ਵਿੱਚ ਖੜੇ ਹੋਣ ਦਾ ਅਧਿਕਾਰ ਨਹੀਂ ਹੈ। ਮੀਨਸ ਰਾਜਨੀਤਿਕ ਸੁਤੰਤਰਤਾ ਨਹੀਂ ਹੈ, ਰਾਜਨੀਤਿਕ ਸ਼ਕਤੀ ਹੈ ਬਟ ਕੀ ਹੈ, ਉਸ ਵਿੱਚ ਇੱਕ ਅਧਿਕਾਰ ਹੋਣਾ ਚਾਹੀਦਾ ਹੈ, ਸਮਾਨਤਾ ਹੋਣੀ ਚਾਹੀਦੀ ਹੈ, ਪੂਰਾ ਇੱਕੋ ਹੋਣਾ ਚਾਹੀਦਾ। ਇਹ ਨਹੀਂ ਕਿ ਪਾਰਟੀਆਂ ਬਣ ਜਾਣ। ਤਾਂ ਸਾਮਵਾਦੀ ਤੁਹਾਨੂੰ ਦੱਸ ਦਵਾਂ ਕਿ ਐਟ ਪ੍ਰੈਜ਼ੈਂਟ ਨਾਰਥ ਕੋਰੀਆ 'ਚ ਹੈ, ਜਿਸ ਤਰ੍ਹਾਂ ਤੁਹਾਨੂੰ ਬਤਾਨਾ ਚਾਹ ਗਿਆ ਹੈ। ਮੀਨਸ ਜੇਕਰ ਕੋਈ ਉਸਦੇ ਬਰੋਬਰ ਖੜਾ ਹੋਣ ਲੱਗਦਾ ਹੈ ਤਾਂ ਕੀ ਕਰਦਾ ਹੈ, ਉਹ ਉਸ ਨੂੰ ਜਾਂ ਤਾਂ ਮਰਵਾ ਦਿੰਦਾ ਹੈ ਜਾਂ ਉਹ ਡਰਦਾ ਮਾਰਾ ਖੜਾ ਹੀ ਨਹੀਂ ਹੁੰਦਾ, ਤਾਂ ਉਸ ਦੀ ਗੱਲ ਮੰਨ ਲੈਂਦਾ ਹੈ। ਤਾਂ ਰਾਜਨੀਤਿਕ ਸੁਤੰਤਰਤਾ ਬਿਲਕੁਲ ਖਤਮ ਹੈ ਸਾਮਵਾਦੀ ਵਿੱਚ, ਜੋ ਤੀਸਰੀ ਟਾਈਪ ਹੈ। ਚੌਥੀ ਹੈ ਪੂੰਜੀਵਾਦੀ। ਹੁਣ ਦੇਖੋ, ਭਾਰਤ ਸਾਡਾ ਅਪਰਤੱਖ ਵੀ ਹੈ ਤੇ ਪੂੰਜੀਵਾਦੀ ਵੀ ਹੈ। ਹੁਣ ਦੋਨਾਂ ਦੇ ਵਿੱਚ ਦੇਖ ਲਓ, ਇੱਥੇ ਭਾਰਤ, ਇੰਗਲੈਂਡ, ਫਰਾਂਸ, ਅਮਰੀਕਾ, ਕੈਨੇਡਾ, ਜਾਪਾਨ ਸਾਰੇ ਲਿਖੇ ਹਨ। ਅਪਰਤੱਖ ਦੇ ਵਿੱਚ ਵੀ ਭਾਰਤ ਹੈ। ਤਾਂ ਕਿਸ ਤਰ੍ਹਾਂ ਹੈ ਅਪਰਤੱਖ ਦੇ ਵਿੱਚ ਹੈ ਕਿ ਉਹ ਸਿੱਧਾ ਕੀ ਹੈ, ਆਪਣੇ ਪ੍ਰਤੀਨਿਧ ਨੂੰ ਨਹੀਂ ਚੁਣ ਸਕਦਾ। ਉਹ ਕੀ ਹੈ, ਚੁਣਨ ਦੇ ਲਈ ਵੋਟ ਦਾ ਅਧਿਕਾਰ ਹੈ ਜੋ ਉਸ ਦਾ ਪ੍ਰਯੋਗ ਕਰਦਾ ਹੈ ਤੇ ਫਿਰ ਆਪਣਾ ਚੁਣਦਾ ਹੈ ਪ੍ਰਤੀਨਿਧ ਨੂੰ। ਪੂੰਜੀਵਾਦੀ ਵਿੱਚ ਕੀ ਹੈ, ਮੀਨਸ ਭਾਰਤ ਦੇ ਵਿੱਚ ਆਪਾਂ ਦੇਖਿਆ ਹੈ ਕਿ ਨਿੱਜੀ ਕੰਪਨੀਆਂ ਬਹੁਤ ਜ਼ਿਆਦਾ ਹੋ ਗਈਆਂ ਹਨ। ਮੀਨਸ ਆਰਥਿਕ ਸੁਤੰਤਰਤਾ ਮਿਲ ਗਈ ਹੈ ਉਸਨੂੰ, ਵੀ ਕੋਈ ਮਰਜ਼ੀ ਆਪਣਾ ਕੰਮ ਚਲਾ ਸਕਦਾ ਹੈ। ਤਾਂ ਇਹੀ ਫਰਕ ਹੈ। ਅਪਰਤੱਖ ਦੇ ਵਿੱਚ ਤਾਂ ਵੋਟ ਦਾ ਅਧਿਕਾਰ ਹੈ, ਪੂੰਜੀਵਾਦੀ ਵਿੱਚ ਕੀ ਹੈ, ਇੱਕ ਤਾਂ ਨਿੱਜੀ ਕੰਟਰੋਲ, ਮੀਨਸ ਆਪਣਾ ਕੰਟਰੋਲ ਖੁਦ ਕਰ ਸਕਦਾ ਹੈ, ਜਿਵੇਂ ਕੋਈ ਵੀ ਮਰਜ਼ੀ ਪ੍ਰਾਈਵੇਟ ਕੰਮ ਕਰ ਸਕਦਾ ਹੈ। ਪੂੰਜੀਵਾਦੀ ਦੇ ਵਿੱਚ ਜਾਂ ਸੁਧਾਰਵਾਦੀ ਨੂੰ ਕਿਹਾ ਜਾਂਦਾ ਹੈ ਉਤਪਾਦਨਾਂ ਤੇ ਨਿੱਜੀ ਕੰਟਰੋਲ, ਸੁਤੰਤਰਤਾ ਕਿਹਦੇ ਲਈ, ਆਰਥਿਕ ਖੇਤਰ ਦੇ ਲਈ। ਸੁਤੰਤਰ ਨਿਰਪੱਖ ਚੋਣਾਂ ਵੀ ਹੁੰਦੀਆਂ ਹਨ, ਸੁਤੰਤਰ ਹੁੰਦੀਆਂ ਹਨ ਅਤੇ ਜੋ ਜਿੱਤ ਜਾਂਦਾ ਹੈ ਉਹ ਕੀ ਹੈ, ਉੱਥੋਂ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਤਾਂ ਅਪਰਤੱਖ ਵਿੱਚ ਵੀ ਚੋਣਾਂ ਹੁੰਦੀਆਂ ਹਨ, ਇੱਥੇ ਵੀ ਹੁੰਦੀਆਂ ਹਨ। ਬਹੁਮਤ ਦਾ ਸ਼ਾਸਨ ਮੀਨਸ ਬਹੁਮਤ ਜਿਸ ਨੂੰ ਮਿਲ ਗਿਆ ਉਹ ਕੀ ਹੈ, ਜਿੱਤ ਜਾਵੇਗਾ। ਸ਼ਕਤੀਆਂ ਦੀ ਵੰਡ ਉਸੇ ਤਰ੍ਹਾਂ ਹੀ ਜੋ ਕੀ ਹੈ, ਮੈਂ ਤੁਹਾਨੂੰ ਕਿਹਾ ਸੀਗਾ ਸੈਂਟਰ ਸਟੇਟ ਬਿਲਸ ਦੇ ਵਿੱਚ ਹੈ, ਸ਼ਕਤੀਆਂ ਵਿਕੇਂਦਰੀਕਰਨ ਜਾਂ ਵੰਡ ਇੱਕੋ ਹੀ ਹੁੰਦਾ ਹੈ। ਇੱਕ ਸੈਂਟਰਲਾਈਜੇਸ਼ਨ ਹੁੰਦਾ ਹੈ ਵੀ ਸੈਂਟਰ ਦੇ ਕੋਲ ਹੀ ਹੁੰਦੀਆਂ ਹਨ। ਵਿਕੇਂਦਰੀਕਰਨ ਦੇ ਵਿੱਚ ਕੀ ਹੈ, ਤਿੰਨਾਂ ਦੇ ਵਿੱਚ ਵੰਡੀਆਂ ਜਾਂਦੀਆਂ ਹਨ। ਤਿੰਨ ਪਾਰਟੀ ਹੁੰਦੀਆਂ ਨੇ, ਇੱਕ ਸੈਂਟਰ ਦਾ, ਇੱਕ ਸਟੇਟ ਦਾ, ਇੱਕ ਬਿਲਸ ਹੁੰਦੇ ਹਨ। ਪਿੰਡਾਂ 'ਚ ਆ ਜਾਂਦਾ ਹੈ ਤਾਂ ਸ਼ਕਤੀਆਂ ਦੀ ਵੰਡ ਆ ਜਾਂਦਾ ਤੇ ਹੋਰ ਵੀ ਨਿੱਕੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਹਨ। ਬਟ ਆਹ ਦੋ ਇੰਪੋਰਟੈਂਟ ਹਨ। ਪੂੰਜੀਵਾਦੀ ਦੇ ਵਿੱਚ ਭਾਰਤ, ਇੰਗਲੈਂਡ, ਫਰਾਂਸ, ਅਮਰੀਕਾ, ਕੈਨੇਡਾ, ਜਾਪਾਨ, ਤਾਂ ਇਹ ਹੁੰਦੇ ਹਨ।
ਤਾਂ ਇਹ ਸੀ ਤੁਹਾਡਾ ਲੋਕਤੰਤਰ ਦਾ, ਅਤੇ ਜਿੰਨੀਆਂ ਵੀ ਗੱਲਾਂ ਮੈਂ ਕਹੀਆਂ ਹਨ ਸਾਰੀਆਂ ਤੁਸੀਂ ਚੰਗੀ ਤਰ੍ਹਾਂ ਨਾਲ ਯਾਦ ਕਰਨੀਆਂ ਹਨ। ਦੋਸਤੋ ਇਹ ਸਾਰੇ ਬਹੁਤ ਇੰਪੋਰਟੈਂਟ ਕੁਐਸਚਨ ਹਨ, ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ ਕੁਐਸਚਨ ਆ ਜਾਵੇਗਾ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਰਨਾ, ਕਿਉਂਕਿ ਬੁੱਕਸ ਦੇ ਵਿੱਚੋਂ ਤੁਸੀਂ +2 ਦੀ ਲਾ ਲਓ, +1 ਦੀ ਲਾ ਲਓ, ਗ੍ਰੈਜੂਏਸ਼ਨ ਦੀ ਲਾ ਲਓ, ਕੋਈ ਫਾਇਦਾ ਨਹੀਂ, ਕਿਉਂਕਿ ਬੁੱਕਸ ਦੇ ਵਿੱਚ ਬਹੁਤ ਜ਼ਿਆਦਾ ਦਿੱਤਾ ਹੋਇਆ ਹੈ ਅਤੇ ਜੋ ਕਿ ਮੈਂ ਖੁਦ ਦੀ ਮਿਹਨਤ ਦੇ ਨਾਲ ਨੋਟਸ ਬਣਾਏ ਹਨ, ਕਿਉਂਕਿ ਮੇਰਾ ਖੁਦ ਦਾ PSTET ਕਲੀਅਰ ਹੈ ਅਤੇ ਮੈਂ ਸਭ ਕੁਝ ਪੜ੍ਹਿਆ ਹੋਇਆ ਹੈ। ਇਸ ਦੇ ਵਿੱਚ ਕੀ ਕੁਝ ਆ ਸਕਦਾ ਹੈ, ਕਿਹੜੇ ਐਗਜ਼ਾਮ 'ਚ ਕੀ ਆ ਸਕਦਾ ਹੈ, ਮੀਨਸ ਪੂਰਾ ਐਕਸਪੀਰੀਅੰਸ ਹੈ ਅਤੇ ਉਸੇ ਬੇਸ 'ਤੇ ਹੀ ਮੈਂ ਤੁਹਾਨੂੰ ਇਹ ਵੀਡੀਓ ਪ੍ਰੋਵਾਈਡ ਕੀਤੀ ਹੈ। ਸੋ ਥੈਂਕਸ ਫॉर ਵਾਚਿੰਗ ਮਾਈ ਦਿਸ ਵੀਡੀਓਜ਼।